ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਇੱਕ ਪੁਸਤਕ ਲਿਖੀ ਹੈ, ਉਹਦਾ ਨਾਮ ਰੱਖਿਆ ਪੂਰਨ ਮਨੁੱਖ। ਉਹ ਲਿਖਦੇ ਨੇ, ਜਦੋਂ ਭਗਤੀ ਤੇ ਸ਼ਕਤੀ, ਰਵਾਬ ਤੇ ਨਗਾਰਾ, ਸੂਰਜ ਤੇ ਚੰਦਰਮਾ, ਇੱਕ ਹੱਥ ਵਿੱਚ ਮਾਲਾ ਔਰ ਉਸੇ ਧਰਮ ਦੀ ਰੱਖਿਆ ਲਈ ਉਸੇ ਹੱਥ ਵਿੱਚ ਲੋੜ ਪਵੇ ਤਾਂ ਸ਼ਮਸ਼ੀਰ ਚੁੱਕਣ ਦਾ ਬਲ ਭਰਿਆ ਗੁਰੂ ਨੇ। ਚੰਦਰਮੇ ਵਰਗੀ ਠੰਡਕ ਔਰ ਸੂਰਜ ਵਰਗੀ ਤਪਸ਼, ਭਗਤੀ ਤੇ ਸ਼ਕਤੀ ਇੱਕੋ ਹੀ ਪਲੇਟਫਾਰਮ ਤੇ ਜਦੋਂ ਇਕੱਠੀ ਹੋਈ, ਉਹਦਾ ਨਾਮ ਰੱਖਿਆ ਗਿਆ ਖਾਲਸਾ। ਕਿਉਂਕਿ ਸਾਧ ਸੰਗਤ ਬਹੁਤ ਸਾਰੇ ਮਤ ਪਹਿਲਾਂ ਵੀ ਦੁਨੀਆ ਵਿੱਚ ਸੀ। ਉਹ ਲੋਕ ਧਰਮ ਧਾਰਨ ਜ਼ਰੂਰ ਕੀਤਾ ਸੀ, ਪਰ ਭਗਤੀ ਦੇ ਨਾਲ ਸ਼ਕਤੀ ਨਹੀਂ ਸੀ। ਹਾਕਮ ਚੜ੍ਹ ਕੇ ਆਉਂਦੇ ਸਨ, ਲੁੱਟ ਕੇ ਲੈ ਜਾਂਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਸਿੱਖ ਨੂੰ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਦੂਜੇ ਜਿਹੜੇ ਪੰਥ ਚੱਲ ਰਹੇ ਸਨ, ਉਹਨਾਂ ਸਵਾਲ ਕੀਤਾ, ਮਹਾਰਾਜ ਤੁਸੀਂ ਪੰਥ ਦਾ ਨਾਮ ਨਿਰਮਲ ਰੱਖ ਦਿੱਤਾ ਹੈ, ਇਹਦਾ ਮਤਲਬ ਦੂਜੇ ਪੰਥ ਮੈਲੇ ਨੇ? ਕੋਈ ਦੂਜੇ ਧਰਮਾਂ ਵਿੱਚ ਕੋਈ ਡਿਫੈਕਟ ਹੈ? ਪਾਤਸ਼ਾਹ ਨੇ ਕਿਹਾ, ਕੋਈ ਧਰਮ ਮਾੜਾ ਨਹੀਂ, ਪਰ ਉਸ ਮਾਰਗ ਉੱਤੇ ਚੱਲਣ ਵਾਲੇ ਲੋਕ ਉਸ ਮਾਰਗ ਨੂੰ ਵੀ ਮੈਲਾ ਕਰ ਦਿੰਦੇ ਨੇ। ਰਸਤਾ ਕੋਈ ਵੀ ਹੋਵੇ, ਉਹ ਮੰਜ਼ਿਲ ਤੱਕ ਜਾਂਦਾ ਹੈ। ਕੋਈ ਦੂਰੋਂ ਹੋ ਸਕਦਾ ਹੈ, ਕੋਈ ਨੇੜਿਓਂ ਹੋ ਸਕਦਾ ਹੈ, ਕੋਈ ਸ਼ਾਰਟਕਟ ਹੋ ਸਕਦਾ ਹੈ, ਪਰ ਉਸ ਮਾਰਗ ਤੇ ਚੱਲਣ ਵਾਲੇ ਲੋਕ ਕਈ ਵਾਰ ਮਾਰਗ ਨੂੰ ਵੀ ਮੈਲਾ ਕਰ ਦਿੰਦੇ। ਹਰ ਰਸਤਾ ਮੰਜ਼ਿਲ ਵੱਲ ਜਾਂਦਾ ਹੈ। ਕੁਝ ਰਸਤੇ ਐਸੇ ਨੇ ਜਿਨ੍ਹਾਂ ਰਸਤਿਆਂ ਤੋਂ ਲੋਕ ਡਰਨ ਲੱਗ ਪੈਂਦੇ ਨੇ। ਕਿਉਂ ਭਾਈ? ਉਸ ਰਸਤੇ ਉੱਤੇ ਲੁਟੇਰੇ ਪੈਣ ਲੱਗ ਪਏ ਨੇ, ਉਸ ਰਸਤੇ ਉੱਤੇ ਚੋਰ ਆ ਗਏ ਨੇ, ਉਸ ਰਸਤੇ ਉੱਤੇ ਲੁੱਟ ਖੋਹ ਹੋ ਜਾਂਦੀ ਹੈ, ਉਸ ਰਸਤੇ ਉੱਤੇ ਕਤਲ ਹੋ ਜਾਂਦੇ ਨੇ। ਲੋਕ ਉਸ ਰਸਤੇ ਜਾਣੋਂ ਡਰਨ ਲੱਗ ਪੈਂਦੇ ਨੇ। ਪਾਤਸ਼ਾਹ ਨੇ ਕਿਹਾ, ਭਾਈ ਤੁਹਾਡਾ ਰਸਤਾ ਮਾੜਾ ਨਹੀਂ ਹੈ, ਪਰ ਚੱਲਣ ਵਾਲੇ ਲੋਕ ਲੁਟੇਰੇ ਹੋ ਗਏ ਨੇ, ਇਸ ਲਈ ਤੁਸੀਂ ਰਸਤਾ ਮੈਲਾ ਕਰ ਦਿੱਤਾ ਹੈ, ਇਸ ਲਈ ਤੁਸੀਂ ਪੰਥ ਉਹਨੂੰ ਕਰਪਟ ਕਰ ਦਿੱਤਾ ਹੈ। ਹੁਣ ਪਾਤਸ਼ਾਹ ਨੂੰ ਪੰਡਤ ਪੁੱਛਦੇ ਨੇ, ਕਹਿੰਦੇ ਮਹਾਰਾਜ ਅਸੀਂ ਫਿਰ ਕੀ ਮੈਲਾ ਕਰ ਦਿੱਤਾ ਪੰਥ? ਪਾਤਸ਼ਾਹ ਨੇ ਕਿਹਾ, ਤੁਹਾਡਾ ਧਰਮ ਮਾੜਾ ਨਹੀਂ ਹੈ, ਤੁਸੀਂ ਗਾਇਤਰੀ ਮੰਤਰ ਪੜ੍ਹਦੇ ਹੋ, ਜੰਝੂ ਪਹਿਨਦੇ ਹੋ, ਤੁਸੀਂ ਜਲ ਧਾਰੇ ਕਰਦੇ ਹੋ, ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹੋ, ਗੰਗਾ ਦੇ ਜਲ ਨੂੰ ਪਵਿੱਤਰ ਸਮਝਦੇ ਹੋ। ਹਜ਼ੂਰ ਨੇ ਕਿਹਾ, ਮੈਂ ਤੁਹਾਡੇ ਤੀਰਥਾਂ ਦੀ ਨਿੰਦਿਆ ਨਹੀਂ ਕਰਦਾ, ਮੈਂ ਤੁਹਾਡੇ ਧਾਰਮਿਕ ਗ੍ਰੰਥਾਂ ਨੂੰ ਮਾੜਾ ਨਹੀਂ ਕਹਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ ਤਾਂ ਸਾਧ ਸੰਗਤ ਕਿਸੇ ਗ੍ਰੰਥ ਨੂੰ ਪਾਤਸ਼ਾਹ ਨੇ ਮਾੜਾ ਨਹੀਂ ਕਿਹਾ, ਨਾ ਕਿਸੇ ਧਰਮ ਨੂੰ ਕਿਹਾ। ਇੱਥੋਂ ਤੱਕ ਕਿਹਾ, ਵੇਦ ਕਤੇਬ ਕਹੋ ਮਤ ਝੂਠੇ। ਝੂਠਾ ਜੋ ਨਾ ਵਿਚਾਰ ਹੈ, ਜਿਹੜਾ ਵਿਚਾਰ ਨਹੀਂ ਕਰਦਾ ਭਾਈ, ਝੂਠਾ ਤਾਂ ਉਹ ਹੈ। ਗ੍ਰੰਥ ਥੋੜੀ ਮਾੜੇ ਨੇ, ਉਹ ਤਾਂ ਕੋਈ ਨਾ ਕੋਈ ਰੱਬ ਦਾ ਰਾਹ ਦੱਸ ਰਹੇ ਨੇ। ਇਸੇ ਲਈ ਗੁਰੂ ਦਾ ਸਿੱਖ ਇਸ ਮਰਿਆਦਾ ਤੇ ਪਾਬੰਦ ਹੈ। ਮੈਂ ਕਈ ਵਾਰ ਓਪਨਲੀ ਇਹ ਲਾਈਵ ਤੋਂ ਵੀ ਕਿਹਾ, ਦਰਬਾਰ ਸਾਹਿਬ ਤੋਂ ਵੀ ਕਿਹਾ, ਪੂਰੇ ਵਰਲਡ ਦੇ ਅੰਦਰ ਕਿਸੇ ਇੱਕ ਵੀ ਸਿੱਖ ਉੱਤੇ ਕੋਈ FRI ਦਰਜ ਨਹੀਂ ਹੈ ਕਿ ਕਿਸੇ ਸਿੱਖ ਨੇ ਰੋਹ ਵਿੱਚ ਆ ਕੇ, ਰੋਸ ਵਿੱਚ ਆ ਕੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਤੋਹੀਨ ਕੀਤੀ ਹੋਵੇ, ਕਿਸੇ ਦੇ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕੀਤੀ ਹੋਵੇ। ਹਜ਼ਾਰਾਂ ਵਾਰ ਈਰਖਾ ਰੱਖਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਗੁਟਕਿਆਂ ਦੇ ਪੰਨੇ ਪਾੜੇ ਨੇ, ਬਾਣੀ ਦੇ ਅੰਗ ਪਾੜੇ ਨੇ, ਪਰ ਬਦਲੇ ਵਿੱਚ ਕਦੇ ਇੱਕ ਵੀ ਕੋਈ FRI ਦਰਜ ਵਿਖਾ ਦਿਓ ਵੀ ਸਿੱਖਾਂ ਨੇ ਗੁੱਸੇ ਵਿੱਚ ਆ ਕੇ ਕਿਸੇ ਦੇ ਧਾਰਮਿਕ ਗ੍ਰੰਥ ਨੂੰ ਸਾੜਿਆ ਹੋਵੇ। ਕਿਉਂ ਭਾਈ? ਗੁਰੂ ਦਾ ਉਪਦੇਸ਼ ਹੈ, ਸਿੱਖ ਦੂਜਿਆਂ ਦੇ ਧਰਮ ਔਰ ਧਾਰਮਿਕ ਗ੍ਰੰਥਾਂ ਦਾ ਸਨਮਾਨ ਕਰਦਾ ਹੈ। ਇਵਨ ਇੱਥੋਂ ਤੱਕ ਤੁਹਾਡੇ ਇੱਧਰ ਇੱਕ ਪਹਾੜਾਂ ਵਿੱਚ ਇੱਕ ਦਹਾਕਾ ਇੱਕ ਬਾਬੇ ਦਾ ਲਗਾਤਾਰ ਜ਼ੋਰ ਰਿਹਾ ਹੈ
ਔਰ ਸਾਧ ਸੰਗਤ ਉਹਨੇ ਬਹੁਤ ਵੱਡੀ ਭੁੱਲ ਕੀਤੀ। ਸਾਡੇ ਵੱਲੋਂ ਉਹ ਜੋ ਮਰਜ਼ੀ ਕਰਦਾ, ਪਰ ਜਦੋਂ ਉਹਨੇ 1430 ਦੇ ਮੁਕਾਬਲੇ ਕਿਹਾ ਜੀ ਮੈਂ ਤਾਂ 2860 ਪੰਨਿਆਂ ਦਾ ਗ੍ਰੰਥ ਬਣਾ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਵੱਡਾ ਮੈਂ ਗ੍ਰੰਥ ਬਣਾਇਆ ਹੈ। ਉਹਨੇ ਉਹ ਗ੍ਰੰਥ ਦਾ ਨਾਮ ਵੀ ਰੱਖਿਆ ਭਵ ਸਾਗਰ ਗ੍ਰੰਥ। ਔਰ ਸਾਧ ਸੰਗਤ ਉਹਦੇ ਵਿੱਚ ਉਹਨੇ ਆਪਣੀਆਂ ਫੋਟੋਆਂ ਲਾ ਦਿੱਤੀਆਂ, ਕਦੇ ਘੋੜੇ ਤੇ ਬੈਠਾ ਹੈ, ਕਦੇ ਆਸ਼ੀਰਵਾਦ ਦੇ ਰਿਹਾ ਹੈ, ਕਦੇ ਨਕਲੀ ਜਿਹਾ ਸਰਕਸ ਵਿੱਚੋਂ ਇੱਕ ਸ਼ੇਰ ਫੜ ਕੇ ਲਿਆਂਦਾ, ਉਹਨੂੰ ਪੈਸੇ ਦਿੱਤੇ 2-4-5 ਹਜ਼ਾਰ ਰੁਪਈਆ, ਉਹਦੇ ਨਾਲ ਫੋਟੋ ਕਰਾ ਲਈ। ਲਓ ਜੀ ਬਾਬੇ ਕੋਲ ਸ਼ੇਰ ਆਉਂਦੇ ਨੇ। ਪਰਤ ਕੇ ਉਸ ਬਾਬੇ ਦਾ ਜੋ ਹਾਲ ਹੁਸ਼ਿਆਰਪੁਰ ਜੇਲ੍ਹ ਵਿੱਚ ਹੋਇਆ ਉਹ ਤੁਹਾਨੂੰ ਪਤਾ ਹੈ। ਸਭ ਕੁਝ ਡੇਰਾ ਰੁਲ ਗਿਆ ਇੱਧਰ। ਨਹੀਂ ਤਾਂ ਬਹੁਤ ਲੋਕ ਟਰੱਕ ਭਰ ਭਰ ਕੇ ਪੰਜਾਬ ਤੋਂ ਪਹਾੜਾਂ ਵਿੱਚ ਆਉਂਦੇ ਰਹੇ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਡਿਆਈ ਉਸੇ ਤਰ੍ਹਾਂ ਦੀ ਹੈ। ਔਰ ਮੈਨੂੰ ਮਾਫ ਕਰਿਓ, ਉਹ 2860 ਪੰਨਿਆਂ ਦਾ ਵੱਡਾ ਬਣਾਇਆ ਉਹਦਾ ਫੋਟੋਆਂ ਵਾਲਾ ਗ੍ਰੰਥ ਅਸੀਂ ਇਸ ਇਤਰਾਜ਼ ਤੇ ਉਹਦੇ ਉੱਤੇ FRI ਕਰਵਾਈ ਹੈ। ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੋਹੀਨ ਵਿੱਚ ਬਚਨ ਕਹੇ ਨੇ, ਪਰ ਉਹਦੇ ਉਸ ਫੋਟੋਆਂ ਵਾਲੇ ਗ੍ਰੰਥ ਦੀ ਵੀ ਕਿਸੇ ਸਿੱਖ ਨੇ ਬੇਅਦਬੀ ਨਹੀਂ ਕੀਤੀ। ਹਾਲਾਂਕਿ ਉਹਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ, ਉਹਦੇ ਗ੍ਰੰਥ ਦੀ ਤਾਂ ਵੀ ਕਿਸੇ ਸਿੱਖ ਨੇ ਬੇਅਦਬੀ ਨਹੀਂ ਕੀਤੀ। ਕਿਉਂਕਿ ਸਿੱਖ ਇਸ ਗੱਲ ਤੇ ਪਾਬੰਦ ਹੈ, ਭਾਈ ਦੂਜਿਆਂ ਦੇ ਧਰਮ ਜਾਂ ਧਾਰਮਿਕ ਗ੍ਰੰਥ ਮਾੜੇ ਨਹੀਂ, ਉਹ ਮਾਰਗ ਉੱਤੇ ਚੱਲਣ ਵਾਲੇ ਲੋਕ ਮਾੜੇ ਨੇ। ਰਸਤਾ ਮਾੜਾ ਨਹੀਂ ਹੁੰਦਾ, ਲੋਕ ਰਸਤੇ ਨੂੰ ਮਾੜਾ ਕਰ ਦਿੰਦੇ ਨੇ। ਕਿਉਂ? ਉਸ ਰਸਤੇ ਉੱਤੇ ਲੁਟੇਰੇ ਪੈਣ ਲੱਗ ਜਾਂਦੇ ਨੇ, ਉਸ ਰਸਤੇ ਉੱਤੇ ਕਾਤਲ ਲੋਕ ਖੜਨ ਲੱਗ ਜਾਂਦੇ ਨੇ, ਰਸਤਾ ਮੈਲਾ ਹੋ ਜਾਂਦਾ ਹੈ। ਹੁਣ ਪੰਡਤ ਪੁੱਛਦਾ ਹੈ, ਮਹਾਰਾਜ ਅਸੀਂ ਕੀ ਧੋਖਾ ਕਰ ਰਹੇ? ਤੁਸੀਂ ਕਹਿ ਰਹੇ ਹੋ ਰਸਤਾ ਮਾੜਾ ਨਹੀਂ, ਉੱਪਰ ਚੱਲਣ ਵਾਲੇ ਲੋਕ ਕਪਟੀ ਨੇ, ਇਸ ਲਈ ਇਹ ਰਸਤਾ ਮੈਲਾ ਹੋ ਗਿਆ, ਤਾਂ ਤੁਸੀਂ ਨਿਰਮਲ ਪੰਥ ਸ਼ੁਰੂ ਕੀਤਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜਿਹੜੀ ਗੱਲ ਉਹ ਪੰਡਤ ਨੂੰ ਕਹੀ, ਉਹਨੂੰ ਧਿਆਨ ਨਾਲ ਸੁਣਿਓ, ਫਿਰ ਆਪਾਂ ਅੱਗੇ ਚੱਲਦੇ। ਪਾਤਸ਼ਾਹ ਨੇ ਕਿਹਾ ਤੂੰ ਲੋਕਾਂ ਨਾਲ ਧੋਖਾ ਕਰਨ ਲੱਗ ਪਿਆ, ਧਰਮ ਮਾੜਾ ਨਹੀਂ ਪਰ ਤੂੰ ਲੋਕਾਂ ਨਾਲ ਧੋਖਾ ਕਰਨ ਲੱਗ ਪਿਆ। ਤਾਂ ਹੁਣ ਉਹ ਬ੍ਰਾਹਮਣ ਪੁੱਛਦਾ ਹੈ, ਮਹਾਰਾਜ ਮੈਂ ਕੀ ਧੋਖਾ ਕੀਤਾ ਹੈ? ਪਾਤਸ਼ਾਹ ਨੇ ਕਿਹਾ ਇਹ ਧੋਖਾ ਨਹੀਂ, ਬੇਈਮਾਨੀ ਨੇ ਤੇ ਹੋਰ ਕੀ ਹੈ। ਤੇਰੇ ਮਾਰਗ ਉੱਤੇ ਚੱਲਣ ਵਾਲੇ ਲੋਕ ਤੂੰ ਡਰਾ ਦਿੱਤੇ ਨੇ। ਦੱਸ, ਇੱਕ ਨਵਾਂ ਨਵ ਜਨਮਿਆ ਬਾਲਕ ਬੱਚਾ ਹੈ, ਉਹਨੇ ਅਜੇ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਉਹ ਚਾਰ ਦੀਵਾਰੀ ਕਮਰਾ ਵੀ ਵੇਖਿਆ ਨਹੀਂ, ਉਹਨੇ ਕੋਈ ਪਾਪ ਨਹੀਂ ਕੀਤਾ, ਉਸ ਬੱਚੇ ਨੇ ਕੋਈ ਅਪਰਾਧ ਨਹੀਂ ਕੀਤਾ, ਉਸ ਬੱਚੇ ਕੋਲੋਂ ਕੋਈ ਪਾਪ ਨਹੀਂ ਹੋਇਆ। ਅਜੇ ਜਨਮ ਲਿਆ ਕੁਝ ਮਿੰਟ ਕੁਝ ਘੜੀਆਂ ਹੋਈਆਂ ਨੇ, ਉਹਨੇ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਜੇ ਕਮਰਾ ਵੀ ਵੇਖਿਆ ਨਹੀਂ, ਜਗਤ ਵੇਖਣਾ ਤਾਂ ਦੂਰ ਦੀ ਗੱਲ। ਔਰ ਤੂੰ ਆ ਕੇ ਉਹਦੇ ਗਲ ਵਿੱਚ ਧਾਗਾ ਪਾ ਕੇ ਕਹਿੰਦਾ ਇਹ ਬੱਚਾ ਗੰਢ ਮੂਲ ਹੈ, ਇਹ ਬੱਚਾ ਮੰਗਲੀਕ ਹੈ, ਇਹ ਬੱਚੇ ਉੱਤੇ ਗ੍ਰਹਿਾਂ ਦਾ ਭਾਰ ਹੈ। ਇਹ ਧੋਖਾ ਨਹੀਂ ਤੇ ਹੋਰ ਕੀ ਹੈ? ਉਹਨੇ ਤਾਂ ਕੋਈ ਪਾਪ ਕੀਤਾ ਹੀ ਨਹੀਂ। ਔਰ ਜਿਸ ਮਾਂ ਦੀ ਕੁੱਖ ਤੋਂ ਉਹ ਬੱਚੇ ਨੇ ਜਨਮ ਲਿਆ, ਤੂੰ ਆਉਂਦਿਆਂ ਸਾਰ ਕਹਿੰਦਾ ਤੁਹਾਡਾ ਘਰ ਅਪਵਿੱਤਰ ਹੋ ਗਿਆ, ਸੂਤਕ ਆ ਗਿਆ, ਹੁਣ ਤੁਸੀਂ ਮੇਰੇ ਕੋਲੋਂ ਮੰਤਰ ਪੜਾਓ, ਗੰਗਾ ਦੇ ਜਲ ਦਾ ਛੱਟਾ ਦਵਾਓ, ਧਾਗੇ ਬਣਾਓ ਸਾਰੇ ਜਣੇ, ਫਿਰ ਤੁਹਾਡਾ ਘਰ ਪਵਿੱਤਰ ਹੋਣਾ। ਇਹ ਧੋਖਾ ਨਹੀਂ ਤੇ ਹੋਰ ਕੀ ਹੈ? ਦੱਸ ਕਿਹੜੀ ਜਗ੍ਹਾ ਹੈ ਜਿੱਥੇ ਜੀਵਾਂ ਦਾ ਜਨਮ ਨਹੀਂ ਹੁੰਦਾ? ਜਿਸ ਚੌਂਕੇ ਨੂੰ ਸੁੱਚਾ ਕਰਨ ਲਈ ਤੂੰ ਗੋਹੇ ਦਾ ਲੇਪਨ ਕੀਤਾ ਹੈ, ਉਸ ਗੋਹੇ ਦੇ ਅੰਦਰ ਵੀ ਤਾਂ ਜੀਵ ਪੈਦਾ ਹੋਏ ਨੇ। ਜਿਨ੍ਹਾਂ ਚੌਲਾਂ ਦੀ ਤੂੰ ਖੀਰ ਬਣਾ ਕੇ ਕਹਿੰਦਾ ਮੈਨੂੰ ਭੋਜਨ ਕਰਾਓ, ਤੁਹਾਡਾ ਚੌਂਕਾ ਪਵਿੱਤਰ ਕਰਾਂਗਾ, ਉਹਨਾਂ ਚੌਲਾਂ ਵਿੱਚ ਵੀ ਤਾਂ ਜੀਵ ਪੈਦਾ ਹੁੰਦੇ ਨੇ। ਦੱਸ ਕਿਹੜੀ ਜਗ੍ਹਾ ਜੀਵਾਂ ਦਾ ਜਨਮ ਨਹੀਂ? ਫਿਰ ਤੂੰ ਸੂਤਕ ਕਿਵੇਂ ਦੂਰ ਕਰ ਸਕਦਾ? ਜਿਨ੍ਹਾਂ ਲੱਕੜਾਂ ਦੀ ਅੱਗ ਵਾਲੀ ਹੈ, ਲੱਕੜਾਂ ਵਿੱਚ ਕੀੜੇ ਨੇ, ਗੋਹੇ ਵਿੱਚ ਕੀੜੇ ਨੇ, ਦਾਣਿਆਂ ਵਿੱਚ ਕੀੜੇ ਨੇ, ਹਰ ਥਾਂ ਤੇ ਜੀਵ ਜਨਮ ਲੈ ਰਹੇ ਨੇ, ਤੂੰ ਸੂਤਕ ਕਿਵੇਂ ਦੂਰ ਕਰ ਦੇਂਗਾ? ਪੰਡਤ ਨੂੰ ਇਸ ਗੱਲ ਦਾ ਜਵਾਬ ਨਾ ਆਇਆ, ਕਿਉਂਕਿ ਹਜ਼ੂਰ ਨੇ ਬਹੁਤ ਲੌਜਿਕ ਗੱਲ ਕੀਤੀ, ਸਭ ਕੁਝ ਸਾਹਮਣੇ ਸੀ। ਤਾਂ ਸਤਿਗੁਰਾਂ ਬਚਨ ਕਿਹਾ, ਕਹਿੰਦੇ ਸੂਤਕ ਇਹ ਨਾ ਆਖੀਐ, ਸੂਤਕ ਪਵੇ ਰਸੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਦੱਸ ਕੋਈ ਅਨਾਜ ਦਾ ਦਾਣਾ ਜਿਹਦੇ ਵਿੱਚ ਜੀਵ ਨਾ ਪੈਦਾ ਹੁੰਦੇ ਹੋਣ, ਤੂੰ ਸੂਤਕ ਕਿਵੇਂ ਦੂਰ ਕਰ ਸਕਦਾ?
ਤੂੰ ਜਨਮ ਦੇਣ ਵਾਲੀ ਮਾਈ ਨੂੰ ਕਿਵੇਂ ਕਹਿ ਸਕਦਾ ਉਹ ਅਪਵਿੱਤਰ ਹੋ ਗਈ, ਉਹ ਘਰ ਅਪਵਿੱਤਰ ਹੋ ਗਿਆ? ਪੰਡਤ ਨੂੰ ਕੋਈ ਜਵਾਬ ਨਾ ਆਇਆ। ਹਜ਼ੂਰ ਨੇ ਕਿਹਾ ਤੁਸੀਂ ਲੋਕਾਂ ਨਾਲ ਧੋਖਾ ਕਰ ਰਹੇ ਹੋ, ਤੁਸੀਂ ਗ੍ਰਹਿਾਂ ਦਾ ਡਰ ਦੇ ਕੇ ਲੋਕਾਂ ਨੂੰ ਡਰਾ ਰਹੇ ਹੋ, ਤੁਸੀਂ ਗੰਢ ਮੂਲ ਮੰਗਲੀਕ ਕਹਿ ਕੇ ਲੋਕਾਂ ਨੂੰ ਇਹ ਧਰਮ ਦੇ ਰਸਤੇ ਉੱਤੇ ਭਾਰ ਪਾ ਕੇ ਲੁੱਟ ਰਹੇ ਹੋ, ਤੁਸੀਂ ਰਸਤਾ ਮੈਲਾ ਕਰ ਦਿੱਤਾ। ਫਿਰ ਹਜ਼ੂਰ ਨੇ ਨਾਲ ਇੱਕ ਉਪਦੇਸ਼ ਹੋਰ ਦਿੱਤਾ, ਕਹਿਣ ਲੱਗੇ ਹਾਂ ਸੂਤਕ ਹੈ, ਤੂੰ ਲੋਕਾਂ ਨੂੰ ਦੱਸਿਆ ਹੀ ਨਹੀਂ ਜੋ ਹੈ। ਅਪਵਿੱਤਰਤਾ ਸੀ ਉਹ ਸਮਾਜ ਵਿੱਚੋਂ ਦੂਰ ਕਰਨੀ ਸੀ, ਤੂੰ ਦੱਸੀ ਹੀ ਨਹੀਂ ਕਿ ਆਹ ਪਵਿੱਤਰਤਾ ਹੈ, ਆਹ ਸੂਤਕ ਹੈ, ਤੂੰ ਲੋਕਾਂ ਨੂੰ ਜਾਣਕਾਰੀ ਨਹੀਂ ਦਿੱਤੀ। ਪੰਡਤ ਜੀ ਸੂਤਕ ਪਤਾ ਕੀ ਸੀ, ਅਪਵਿੱਤਰਤਾ ਪਤਾ ਕੀ ਸੀ, ਜੋ ਤੂੰ ਦੂਰ ਕਰਨੀ ਸੀ ਉਹ ਸੁਣ। ਪਾਤਸ਼ਾਹ ਨੇ ਫਿਰ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗੇ ਅੱਖੀਂ ਸੂਤਕ ਵੇਖਣਾ ਪਰਤਰਿਆ ਪਰ ਧਨ ਰੂਪ। ਜਿਨ੍ਹਾਂ ਨੂੰ ਬਾਣੀ ਯਾਦ ਹੈ ਉਹ ਨਾਲ ਪੜਿਓ। ਅੱਖਾਂ ਨਾਲ ਦੂਜਿਆਂ ਦਾ ਰੂਪ ਤੇ ਪਰਾਇਆ ਧਨ ਵੇਖਣਾ ਇਹ ਸਭ ਤੋਂ ਵੱਡਾ ਪਾਪ ਹੈ, ਸਭ ਤੋਂ ਵੱਡੀ ਅਪਵਿੱਤਰਤਾ ਹੈ। ਇਹ ਸੂਤਕ ਹੈ, ਇਹਨੂੰ ਦੂਰ ਕਰਨਾ ਸੀ। ਅੱਖੀਂ ਸੂਤਕ ਵੇਖਣਾ ਪਰਤਰਿਆ ਪਰ ਧਨ ਰੂਪ। ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਖਾਹੇ। ਨਾਨਕ ਹੰਸਾ ਆਦਮੀ ਵੱਧੇ ਜੰਪੁਰ ਜਾਏ। ਭਾਈ ਕੰਨਾਂ ਨਾਲ ਨਿੰਦਿਆ ਸੁਣਦਾ, ਜੀਭਾਂ ਨਾਲ ਲੋਕਾਂ ਦੀ ਨਿੰਦਿਆ ਕਰਦਾ, ਅੱਖਾਂ ਨਾਲ ਬੁਰਾ ਵੇਖਦਾ, ਇਹ ਸਭ ਕੁਝ ਸੂਤਕ ਹੈ, ਕਪਟ ਹੈ। ਇਹਨੂੰ ਦੂਰ ਕਰਨਾ ਸੀ, ਇਹ ਅਪਵਿੱਤਰਤਾ ਤੂੰ ਦੂਰ ਕੀਤੀ ਨਹੀਂ। ਇਸ ਲਈ ਇਹ ਬ੍ਰਾਹਮਣ ਤੂੰ ਲੋਕਾਂ ਨੂੰ ਲੁੱਟ ਰਿਹਾ, ਤੂੰ ਰਸਤਾ ਮੈਲਾ ਕਰ ਦਿੱਤਾ ਹੈ। ਤਾਂ ਮੈਂ ਜਿਸ ਰਸਤੇ ਦੀ ਪੰਥ ਦੀ ਸ਼ੁਰੂਆਤ ਕੀਤੀ ਹੈ ਉਹਦਾ ਨਾਮ ਨਿਰਮਲ ਪੰਥ ਰੱਖਿਆ। ਇਹਦੇ ਉੱਤੇ ਚੱਲਣ ਵਾਲੇ ਲੋਕ ਗ੍ਰਸਤੀ ਵੀ ਹੋਣਗੇ ਪਰ ਨਿਰਮਲ ਹੋਣਗੇ। ਇਸ ਰਸਤੇ ਉੱਤੇ ਚੱਲਣ ਵਾਲੇ ਲੋਕ ਨਿੰਦਿਆ ਨਹੀਂ ਕਰਨਗੇ। ਇਸ ਮਾਰਗ ਉੱਤੇ ਚੱਲਣ ਵਾਲੇ ਲੋਕ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਸੁਣਨਗੇ ਨਹੀਂ, ਕੰਨਾਂ ਨਾਲ ਰੱਬ ਦੀ ਬਾਣੀ ਸੁਣਨਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਪੰਥ ਸ਼ੁਰੂਆਤ ਕੀਤੀ ਉਦੋਂ ਇੱਕ ਗੱਲ ਹਜ਼ੂਰ ਤੁਰਨ ਲੱਗੇ ਕਰਵਾਬ ਲਈ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਅੱਜ ਉੱਥੋਂ ਕੁਝ ਮੀਲ ਦੀ ਵਿੱਥ ਉੱਤੇ ਇੱਕ ਗੁਰਦੁਆਰਾ ਬਣਿਆ ਹੈ, ਉਹਦਾ ਨਾਮ ਗੁਰਦੁਆਰਾ ਰਵਾਬਸਰ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਘੱਲਿਆ, ਕਹਿਣਗੇ ਰਵਾਬ ਲੈ ਕੇ ਆਓ। ਜਿਹੜੇ ਸੱਜਣ ਨੇ ਰਵਾਬ ਦਿੱਤੀ ਨਾ ਸਰੰਦੇ ਨੇ, ਇਤਿਹਾਸ ਕਹਿੰਦਾ ਉਹ ਰਵਾਬ ਪਕੜਾ ਕੇ ਮੁੜ ਗਿਆ ਔਰ ਪਾਤਸ਼ਾਹ ਨੇ ਬੇਬੇ ਨਾਨਕੀ ਜੀ ਕੋਲੋਂ ਲਏ ਹੋਏ 5 ਰੁਪਈਏ ਭਾਈ ਮਰਦਾਨੇ ਨੂੰ ਦਿੱਤੇ। ਜਾ ਭਾਈ ਉਹਨੂੰ ਪੈਸੇ ਤਾਂ ਦੇ ਕੇ ਆ। ਉਹ ਰਵਾਬ ਦੇਣ ਵਾਲਾ ਪੈਸੇ ਨਹੀਂ ਲੈ ਕੇ ਗਿਆ। ਭਾਈ ਮਰਦਾਨਾ ਮਗਰ ਪੈਸੇ ਦੇਣ ਗਏ ਪਰ ਉਹ ਸਰੰਦਾ ਨਜ਼ਰ ਨਾ ਆਇਆ। ਵਾਪਸ ਮੁੜ ਆਏ, ਮਹਾਰਾਜ ਉਹ ਬੰਦਾ ਨਜ਼ਰ ਹੀ ਨਹੀਂ ਆਇਆ। ਹਜ਼ੂਰ ਨੇ ਕਿਹਾ ਉਹਦੇ ਪਿੰਡ ਵੇਖ ਕੇ ਆ ਜਿੱਥੋਂ ਲੈ ਕੇ ਆਇਆ। ਤਾਂ ਦਰਿਆ ਤੋਂ ਪਾਰ ਭਾਈ ਮਰਦਾਨਾ ਉਹਦੇ ਪਿੰਡ ਤੱਕ ਗਏ, ਉਹ ਬੰਦਾ ਨਾ ਮਿਲਿਆ। ਇਤਿਹਾਸ ਕਹਿੰਦਾ ਉਹ ਬੰਦਾ ਪੈਸੇ ਬਿਨਾਂ ਲੈ ਕੇ ਗਿਆ ਤੇ ਉਹ ਬੰਦਾ ਭਾਈ ਮਰਦਾਨੇ ਨੂੰ ਲੱਭਿਆ ਬਿਨਾਂ ਵਿਆਕੁਲ ਹੋ ਕੇ ਭਾਈ ਮਰਦਾਨਾ ਸ਼ਾਮਾਂ ਨੂੰ ਵਾਪਸ ਪਰਤੇ। ਮਹਾਰਾਜ ਉਸ ਪਿੰਡ ਵਿੱਚ ਉਹ ਬੰਦਾ ਹੀ ਨਹੀਂ ਹੈ। ਪਾਤਸ਼ਾਹ ਹੁਣ ਦੱਸੋ ਉਹ ਬੰਦਾ ਮੈਨੂੰ ਲੱਭਿਆ ਨਹੀਂ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ, ਮੁਸਕਰਾ ਪਏ। ਹਜ਼ੂਰ ਨੇ ਕਿਹਾ ਮਰਦਾਨਿਆਂ ਤੈਨੂੰ ਲੱਭਣਾ ਵੀ ਨਹੀਂ, ਇਹ ਰਵਾਬ ਕਿਸੇ ਬੰਦੇ ਦੀ ਨਹੀਂ। ਜਿਹਨੂੰ ਤੂੰ ਸਰੰਦਾ ਕਹਿੰਦਾ ਉਹ ਅਕਾਲ ਪੁਰਖ ਰੱਬ ਦੇ ਘਰੋਂ ਘੱਲਿਆ ਹੋਇਆ ਕੋਈ ਐਸਾ ਸੀ। ਇੰਜ ਸਮਝ ਮਰਦਾਨਿਆ ਇਹ ਰਵਾਬ ਕਿਸੇ ਬੰਦੇ ਦੀ ਨਹੀਂ ਬਣੀ ਹੋਈ, ਇਹ ਨਿਰੰਕਾਰ ਨੇ ਬਣਾ ਕੇ ਘੱਲੀ ਹੈ। ਮਰਦਾਨਿਆ ਹੁਣ ਇਹ ਰਵਾਬ ਵੱਜੇਗੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਹੈ, ਉਹ ਤ੍ਰਿਸ਼ਨਾ ਮੁੱਕਣ ਲੱਗ ਜਾਏਗੀ। ਹੁਣ ਇਹ ਰਵਾਬ ਵੱਜੇਗੀ, ਡੋਲਦੇ ਹੋਏ ਹਿਰਦੇ ਟਿਕ ਜਾਣਗੇ। ਭਾਈ ਮਰਦਾਨਿਆ ਇਸ ਰਵਾਬ ਨੂੰ ਭੋਏ ਨਹੀਂ ਰੱਖਣਾ, ਇਹਨੂੰ ਉੱਚੀ ਜਗ੍ਹਾ ਰੱਖਣਾ। ਭਾਈ ਮਰਦਾਨਾ ਸਾਹਿਬ ਤਾਈਓ ਉਹ ਰਵਾਬ ਮੋਢੇ ਤੇ ਪਾ ਕੇ ਤੁਰਦੇ ਸਨ। ਔਰ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀਆਂ ਤੇ ਚੱਲਣ ਲੱਗੇ, ਰਵਾਬ ਨਾਲ ਇੱਕ ਝੋਲੇ ਵਿੱਚ ਪੁੱਥੀਆਂ ਪਾ ਲਈਆਂ, ਹੱਥ ਵਿੱਚ ਡੰਡਾ ਪਕੜ ਲਿਆ,
ਜਦੋਂ ਪਾਤਸ਼ਾਹ ਚੱਲਣ ਲੱਗੇ, ਮਰਦਾਨੇ ਕਿਹਾ ਮਹਾਰਾਜ ਇੱਕ ਗੱਲ ਸਮਝ ਨਹੀਂ ਪਈ, ਰਵਾਬ ਇਸ ਲਈ ਦਿੱਤੀ ਹੈ ਜਦੋਂ ਤੁਸੀਂ ਕੀਰਤਨ ਕਰੋਗੇ ਮੈਂ ਸੁਰ ਤੇ ਤਾਲ ਦਾ ਖਿਆਲ ਰੱਖਾਂਗਾ। ਪਾਤਸ਼ਾਹ ਰਵਾਬ ਵਜਾਵਾਂਗੇ ਤੇ ਕੀਰਤਨ ਹੋਏਗਾ। ਪੋਥੀਆਂ ਇਸ ਵਾਸਤੇ ਤੁਸੀਂ ਝੋਲੇ ਵਿੱਚ ਪਾ ਲਈਆਂ ਨੇ, ਜਿੱਥੇ ਧੁਰ ਕੀ ਬਾਣੀ ਦਾ ਇਲਹਾਮ ਹੋਏਗਾ ਤੁਸੀਂ ਲਿਖਾਈ ਜਾਓਗੇ। ਪਰ ਪਾਤਸ਼ਾਹ ਹੱਥ ਵਿੱਚ ਡੰਡਾ ਕਿਉਂ ਚੁੱਕਿਆ? ਤੁਸੀਂ ਤਾਂ ਬਜ਼ੁਰਗ ਨਹੀਂ, ਤੁਹਾਡੀ ਤਾਂ ਅਜੇ ਉਮਰ ਮਹਾਰਾਜ ਭਰ ਜਵਾਨੀ ਵਿੱਚ ਹੈ, ਤੁਹਾਨੂੰ ਡੰਡੇ ਦੀ ਜ਼ਰੂਰਤ ਨਹੀਂ। ਡੰਡਾ ਤਾਂ ਕਿਸੇ ਬਜ਼ੁਰਗ ਨੂੰ ਸਹਾਰੇ ਦੀ ਲੋੜ ਪੈਂਦੀ ਹੈ। ਪਾਤਸ਼ਾਹ ਨੇ ਮੁਸਕਰਾ ਕੇ ਕਿਹਾ ਮਰਦਾਨਿਆਂ, ਡੰਡਾ ਬਜ਼ੁਰਗ ਨੂੰ ਇਸ ਲਈ ਲੋੜ ਪੈਂਦੀ ਹੈ, ਉਹਦੀ ਸ਼ਕਤੀ ਉਹਦਾ ਸਹਾਰਾ ਬਣਦਾ ਹੈ, ਇਸ ਲਈ ਡੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਪੰਥ ਦੀ ਸ਼ੁਰੂਆਤ ਮਰਦਾਨਿਆਂ ਆਪਾਂ ਕਰਨ ਜਾ ਰਹੇ ਹਾਂ, ਉਸ ਪੰਥ ਨੂੰ ਚਲਾਉਣ ਵਾਸਤੇ ਸ਼ਕਤੀ ਦੀ ਲੋੜ ਪੈਗੀ। ਡੰਡਾ ਸ਼ਕਤੀ ਦਾ ਪ੍ਰਤੀਕ ਹੈ। ਤਾਈਓ ਹਿੰਦੀ ਦਾ ਇੱਕ ਮੁਹਾਵਰਾ, ਜਿਸ ਕੀ ਲਾਠੀ ਉਸ ਕੀ ਭੈਂਸ। ਉਹਦਾ ਅਰਥ ਹੈ ਵੀ ਜਿਹਦੇ ਹੱਥ ਵਿੱਚ ਤਾਕਤ ਹੈ ਦੁਨੀਆ ਉਹਦੇ ਮਗਰ ਤੁਰਦੀ ਹੈ। ਮਰਦਾਨਿਆਂ, ਡੰਡਾ ਸ਼ਕਤੀ ਦਾ ਪ੍ਰਤੀਕ ਹੈ। ਧਰਮ ਨੂੰ ਚਲਾਉਣ ਲਈ ਸ਼ਕਤੀ ਦਾ ਹੋਣਾ ਲਾਜ਼ਮੀ ਹੈ, ਇਸੇ ਲਈ ਡੰਡਾ ਅੱਜ ਨਾਲ ਚੁੱਕਿਆ। ਇੱਕ ਦਿਨ ਵਕਤ ਆਉਣਾ ਇਹੋ ਡੰਡਾ ਸ਼ਮਸ਼ੀਰ ਦਾ ਰੂਪ ਧਾਰਨ ਕਰੇਗਾ। ਮਰਦਾਨਿਆਂ, ਸ਼ਮਸ਼ੀਰ ਤੋਂ ਬਗੈਰ, ਸ਼ਸਤਰ ਤੋਂ ਬਗੈਰ ਸ਼ਸਤਰ ਨੂੰ ਕਦੇ ਰੱਖਿਆ ਨਹੀਂ ਕੀਤੀ ਜਾ ਸਕਦੀ। ਸ਼ਸਤਰ ਤੇ ਸ਼ਸਤਰ ਦੋਵੇਂ ਚੀਜ਼ਾਂ ਇਕੱਠੀਆਂ ਰਹਿਣਗੀਆਂ। ਮਰਦਾਨਿਆਂ, ਸੱਚ ਦੀ ਰੱਖਿਆ ਕਰਨ ਲਈ ਸ਼ਸਤਰ ਚੁੱਕਣਾ ਪਏਗਾ। ਧਰਮ ਦੀ ਰੱਖਿਆ ਵਾਸਤੇ ਸ਼ਕਤੀ ਚਾਹੀਦੀ ਹੈ, ਇਸੇ ਲਈ ਡੰਡਾ ਸ਼ਕਤੀ ਦਾ ਪ੍ਰਤੀਕ ਹੈ। ਕਿਉਂਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਡੰਡਾ ਸ਼ਕਤੀ ਦਾ ਪ੍ਰਤੀਕ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਸ਼ਕਤੀ ਸ਼ੁਰੂ ਕੀਤੀ। ਕੱਲੀ ਸਾਧ ਸੰਗਤ ਨਾਮ ਜਪਣ ਦਾ ਉਪਦੇਸ਼ ਨਹੀਂ ਦਿੱਤਾ, ਭਗਤੀ ਤੋਂ ਸ਼ਕਤੀ ਵੀ ਅੰਦਰ ਪੈਦਾ ਕੀਤੀ। ਇਹ ਪੰਕਤੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹਜ਼ੂਰ ਨੇ ਕਿਹਾ ਰੱਬ ਨੂੰ ਮਿਲਣ ਵਾਸਤੇ ਬਹਾਲ ਬੁੱਧ ਹੋਣੀ ਚਾਹੀਦੀ ਹੈ, ਇਸ ਲਈ ਲੋਕਾਂ ਨੂੰ ਨਿਰਮਲ ਕਰਨ ਵਾਸਤੇ ਤੁਰੇ। ਪਾਇਓ ਬਹਾਲ ਬੁੱਧ ਸੁਖ ਰੇ। ਕਿਉਂਕਿ ਬਹਾਲ ਬੁੱਧ ਪਤਾ ਕੀ ਹੈ? ਤੁਸੀਂ ਵੀ ਬਚਪਨ ਵਿੱਚੋਂ ਨਿਕਲੇ ਹੋ, ਛੋਟੇ ਬੱਚਿਆਂ ਨੂੰ ਵੇਖਿਓ, ਉਹ ਕਿਸੇ ਨਾਲ ਲੜ ਲੈਣ ਝਗੜ ਪੈਣ ਨਾਲ ਦੇ ਬੱਚਿਆਂ ਨਾਲ, ਦੂਜੇ ਦਿਨ ਉਸੇ ਦਿਨ ਫਿਰ ਬੁਲਾਉਣ ਲੱਗ ਪੈਂਦੇ ਨੇ, ਫਿਰ ਖੇਡਣ ਲੱਗ ਪੈਂਦੇ ਨੇ। ਕਈ ਵਾਰ ਬੱਚੇ ਲੜ ਪੈਣ, ਮਾਂ ਪਿਓ ਇੱਕ ਦੂਜੇ ਨੂੰ, ਮਾਵਾਂ ਦੂਜਿਆਂ ਨੂੰ ਨਹੀਂ ਬੁਲਾਉਂਦੀਆਂ, ਦਰਾਣੀ ਜਠਾਣੀ ਬੋਲਣੋਂ ਹਟ ਜਾਣਗੀਆਂ, ਪਰ ਬੱਚੇ ਬੋਲਣੋਂ ਨਹੀਂ ਹਟਦੇ। ਕਿਉਂ? ਬਾਲ ਬੁੱਧ ਵਿੱਚ ਅਜੇ ਕਾਮ ਕ੍ਰੋਧ ਲੋਮੋ ਹੰਕਾਰ ਨਹੀਂ, ਅਜੇ ਈਰਖਾ ਦਵੈਸ਼ ਨੇ ਜਨਮ ਨਹੀਂ ਲਿਆ, ਉਹਦੇ ਅੰਦਰ ਇਹਨਾਂ ਚੀਜ਼ਾਂ ਦੀ ਥਾਂ ਨਹੀਂ ਬਣੀ। ਹਜ਼ੂਰ ਨੇ ਕਿਹਾ ਜਿਸ ਦਿਨ ਤੂੰ ਮਾਨਸ ਦੇਹੀ ਵਿੱਚ ਉਹੋ ਜਿਹਾ ਹੋ ਜਾਏਗਾ। ਕਿਹੋ ਜਿਹਾ? ਜਿਸ ਤਰ੍ਹਾਂ ਦਾ ਜਨਮ ਲਿਆ ਸੀ, ਉਦੋਂ ਤੂੰ ਰੱਬ ਨੂੰ ਸੌਖਾ ਮਿਲ ਸਕਦਾ। ਤੈਨੂੰ ਗੁਰੂ ਨੇ ਉਸ ਤਰ੍ਹਾਂ ਦਾ ਬਣਾਉਣਾ ਜਿਸ ਤਰ੍ਹਾਂ ਦਾ ਤੂੰ ਜਨਮ ਲਿਆ। ਤੇਰੇ ਅੰਦਰ ਬਹਿਰ ਵਿਰੋਧ ਕਾਮ ਕ੍ਰੋਧ ਲੋਮੋ ਹੰਕਾਰ ਨਾ ਰਵੇ। ਜਿੱਦਣ ਤੂੰ ਬਿਲਕੁਲ ਨਿਰਮਲ ਹੋ ਜਾਏ ਉਸ ਬੱਚੇ ਦੀ ਤਰ੍ਹਾਂ, ਉਦੋਂ ਤੂੰ ਗੁਰੂ ਦਾ ਰੂਪ ਹੋ ਜਾਏਗਾ, ਰੱਬ ਦਾ ਰੂਪ ਹੋ ਜਾਏਗਾ। ਸਤਿਗੁਰ ਦੀ ਬਾਣੀ ਦਾ ਇੱਕ ਫਰਮਾਨ ਹੈ, ਪਾਤਸ਼ਾਹ ਕਹਿੰਦੇ ਨੇ ਜੇ ਦਰਖਤ ਤੋਂ ਜਿਹੋ ਜਿਹਾ ਫਲ ਉਤਰੇ ਨਾ, ਜੇ ਉਹੋ ਜਿਹਾ ਰਹਿ ਜਾਏ ਫਿਰ ਤਾਂ ਉਹਦਾ ਮੁੱਲ ਪੈ ਜਾਂਦਾ ਹੈ। ਜੇ ਰਸਤੇ ਵਿੱਚ ਉਹ ਦਾਗੀ ਹੋ ਜਾਏ, ਕੋਈ ਜਾਨਵਰ ਉਹਨੂੰ ਚੁੰਝ ਮਾਰ ਜਾਏ, ਜਾਂ ਉਹ ਫਲ ਨੂੰ ਦਾਗ ਲੱਗ ਜਾਏ, ਤੇ ਸਾਧ ਸੰਗਤ ਉਹਦਾ ਉਨਾ ਮੁੱਲ ਨਹੀਂ ਮਿਲਦਾ। ਤਾਈਓ ਬਾਜ਼ਾਰ ਵਿੱਚ ਜਦੋਂ ਉਹ ਫਲ ਪੱਕ ਜਾਂਦਾ ਹੈ, ਉਹਨੂੰ ਬੜੇ ਪਿਆਰ ਨਾਲ ਤੋੜ ਕੇ ਲੋਕ ਉਹ ਪੇਟੀਆਂ ਵਿੱਚ ਬੰਦ ਕਰਦੇ ਨੇ, ਨਾਲ ਪਰਾਲ ਰੱਖਣਗੇ, ਕਾਗਜ਼ ਅਖਬਾਰ ਰੱਖਣਗੇ। ਕਿਉਂ? ਇਹ ਸੇਫਟੀ ਨਾਲ ਲੋਕਾਂ ਤੱਕ ਪਹੁੰਚ ਜਾਏ। ਜਦੋਂ ਸਹੀ ਸਲਾਮਤ ਪਹੁੰਚਦਾ ਉਹਦਾ ਮੁੱਲ ਪੂਰਾ ਪੈਂਦਾ, ਸਹੀ ਸਲਾਮਤ ਨਾ ਰਵੇ ਫਲ ਦਾ ਮੁੱਲ ਹੀ ਨਹੀਂ ਪੈਂਦਾ। ਪਾਤਸ਼ਾਹ ਨੇ ਕਿਹਾ ਰਸਤੇ ਵਿੱਚ ਕਾਂਬ ਨਾ ਖਾ ਜਾਏ ਉਹਨੂੰ ਕਿਤੇ, ਭਾਵ ਉਹ ਦਾਗੀ ਨਾ ਹੋ ਜਾਏ ਕਿਤੇ। ਕਬੀਰ ਫਲ ਲਾਗੇ ਫਲਨ, ਪਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ,
ਜੋ ਬੀਚ ਨ ਖਾਈ ਕਾਮ। ਭਾਈ ਵਿੱਚ ਵਿਚਕਾਰ ਦਾਗੀ ਨਾ ਹੋ ਜਾਏ ਉਹ ਫਲ, ਉਹਦਾ ਮੁੱਲ ਪੂਰਾ ਪੈਂਦਾ। ਏਦਾਂ ਮਾਨਸ ਦੇਹੀ ਵਿੱਚ ਤੂੰ ਆਇਆ, ਜਿੱਦਣ ਦਾਗੀ ਹੋ ਜਾਂਦੇ ਤੇਰਾ ਮੁੱਲ ਘਟ ਜਾਂਦਾ। ਜੇ ਤੂੰ ਚਾਹਵੇਂ ਕਿ ਦਾਗੀ ਨਾ ਹੋਵੇਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ, ਫਿਰ ਬਾਲ ਬੁੱਧ ਉਸੇ ਬੱਚੇ ਦੀ ਤਰ੍ਹਾਂ ਹੋ ਜਾਏ, ਉਹਦੇ ਵਾਸਤੇ ਤੈਨੂੰ ਗੁਰੂ ਦੀ ਮੱਤ ਗ੍ਰਹਿਣ ਕਰਨੀ ਪਏਗੀ। ਗੁਰੂ ਅੱਗੇ ਅਰਦਾਸ ਕਰਨੀ ਪਏਗੀ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ, ਪੜੋ ਇਨ ਤੇ ਆਪ ਛਡਾਵੋ। ਇਹ ਭੀਤਰ ਤੈਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਅਰਦਾਸ ਕਰਨੀ ਪਏਗੀ। ਨਾਨਕ ਕੀ ਬੇਨੰਤੀ ਪ੍ਰਭ ਜੀ, ਆਪਣਾ ਨਾਮ ਜਪਾਵੋ। ਇੱਕ ਵਾਰ ਸਾਰੇ ਪਿਆਰ ਨਾਲ ਅਰਦਾਸ ਕਰੀਏ, ਮਿਲ ਕੇ ਚਿੱਤ ਜੋੜ ਕੇ ਕਹੋ, ਆਪਣਾ ਨਾਮ ਜਪਾਵੋ। ਨਾਨਕ ਕੀ ਬੇਨੰਤੀ ਪ੍ਰਭ ਜੀ, ਆਪਣਾ ਨਾਮ ਜਪਾਵੋ। ਨਾਨਕ ਕੀ ਬੇਨੰਤੀ ਪ੍ਰਭ ਜੀ, ਆਪਣਾ ਨਾਮ ਪਾਵੋ। ਨਾਨਕ ਆਪਣਾ ਨਾਮ ਜਪਾਵੋ। ਨਾਨਕ ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਕ੍ਰੋਧ ਲੋਭ ਝੂਠ ਨਿੰਦਾ। ਇਨ ਤੇ ਆਪ ਛਡਾਵੋ। ਨਾਨਕ ਕੀ ਬੇਨੰਤੀ ਪ੍ਰਭ ਜੀ, ਇਨ ਤੇ ਆਪ ਛਡਾਵੋ। ਨਾਨਕ ਕੀ ਬੇਨੰਤੀ ਪ੍ਰਭ ਜੀ, ਇਨ ਤੇ ਗੱਜ ਕੇ। ਨਾਨਕ ਕੀ ਬੇਨੰਤੀ ਪ੍ਰਭ ਜੀ, ਇਨ ਤੇ ਆਪ ਛਡ। ਨਾਨਕ ਕੀ ਸਾਧ ਸੰਗਤ ਫਿਰ ਅਰਦਾਸ ਕਰਨੀ ਪਏ। ਪਾਤਸ਼ਾਹ ਨੇ ਬਚਨ ਕਹੇ, ਇਹ ਵੀ ਸੂਰ ਵੀਰਾਂ ਵਾਲਾ ਕੰਮ ਹੈ, ਕਿਸੇ ਔਗਣ ਤੋਂ ਆਪਣੇ ਆਪ ਨੂੰ ਛੁਡਾ ਲੈਣਾ। ਇਹ ਕੋਈ ਸੌਖਾ ਕੰਮ ਨਹੀਂ ਹੈ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਜਦੋਂ ਬੰਦਾ ਬੁਢੇਪੇ ਵਿੱਚ ਜਾਂਦਾ ਹੈ, ਉਦੋਂ ਉਹ ਪਿੱਛੇ ਫਿਰ ਬਚਪਨ ਦੀਆਂ ਗੱਲਾਂ ਕਰਨ ਲੱਗ ਪੈਂਦਾ। ਜਦੋਂ ਬਚਪਨ ਵਿੱਚ ਹੈ, ਜਵਾਨੀ ਦੀਆਂ ਗੱਲਾਂ ਕਰਦਾ ਹੈ, ਮੈਂ ਜਵਾਨ ਹੋਵਾਂਗਾ, ਮੈਂ ਵੀ ਆਹ ਚੀਜ਼ ਲੈਣੀ ਹੈ, ਮੈਂ ਵੱਡੇ ਹੋ ਕੇ ਆਹ ਕਾਰ ਲੈਣੀ ਹੈ, ਮੈਂ ਵੱਡੇ ਹੋ ਕੇ ਆਹ ਮੋਟਰਸਾਈਕਲ ਲੈਣਾ ਹੈ, ਉਹ ਜਵਾਨੀ ਦੀ ਗੱਲ ਕਰਦਾ ਹੈ। ਜਦੋਂ ਜੋਬਨ ਵਿੱਚ ਜਾਂਦਾ ਹੈ, ਫਿਰ ਬੁਢੇਪੇ ਬਾਰੇ ਸੋਚਦਾ ਹੈ, ਉਹਦੇ ਵਾਂਗ ਆਹ ਕੁਝ ਮੈਂ ਬਣਾਂਗਾ, ਮੈਂ ਵੀ ਉਹਦੀ ਜਗ੍ਹਾ ਤੇ ਇਸ ਤਰ੍ਹਾਂ ਹੋਣਾ। ਪਰ ਜਦੋਂ ਬੁਢੇਪੇ ਵਿੱਚ ਆਉਂਦਾ ਹੈ, ਫਿਰ ਅੱਗੇ ਮੌਤ ਬਾਰੇ ਨਹੀਂ ਸੋਚਦਾ, ਫਿਰ ਪਿੱਛੇ ਸੋਚਣ ਲੱਗ ਪਿਆ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹ ਸੂਰ ਵੀਰਾਂ ਵਾਲਾ ਕੰਮ ਹੈ, ਇਹ ਵੀ ਸ਼ਕਤੀ ਚਾਹੀਦੀ ਹੈ। ਕਿਸੇ ਔਗਣ ਤੋਂ ਆਪਣੇ ਆਪ ਨੂੰ ਛੁਡਾ ਲੈਣਾ, ਉਹ ਔਗਣ ਛੱਡ ਦੇਣੇ, ਇਹ ਵੀ ਸੂਰ ਵੀਰਾਂ ਵਾਲਾ ਕੰਮ ਹੈ। ਤਾਈਓ ਹਜ਼ੂਰ ਨੇ ਕਿਹਾ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੈ, ਗੁਰੂ ਦੀ ਨਜ਼ਰ ਵਿੱਚ ਉਹ ਵੀ ਸੂਰਵੀਰ ਨੇ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਭਗਤੀ ਦੇ ਨਾਲ ਸ਼ਕਤੀ, ਭਗਤੀ ਤੋਂ ਬਗੈਰ ਸ਼ਕਤੀ ਨਹੀਂ ਆਏਗੀ। ਸ਼ਬਦ ਤੋਂ ਬਗੈਰ ਤੁਸੀਂ ਸ਼ਹਾਦਤ ਦੇ ਹੀ ਨਹੀਂ ਸਕੋਗੇ। ਨਾਮ ਤੋਂ ਬਗੈਰ ਇਹ ਮਨ ਨਿਰਮਲ ਹੋਏ ਨਹੀਂ ਸਕੇਗਾ। ਇਸੇ ਲਈ ਪਾਤਸ਼ਾਹ ਨੇ ਬਾਰ-ਬਾਰ ਬਾਣੀ ਅੰਦਰ ਕਿਹਾ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰ, ਸੇਵਾ ਤੇ ਸਿਮਰਨ ਤੈਨੂੰ ਸ਼ਕਤੀ ਦੇਗਾ। ਸੇਵਾ ਤੇ ਸਿਮਰਨ ਤੈਨੂੰ ਔਗਣਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰੇਗਾ। ਕਹਿੰਦੇ ਨੇ ਇੱਕ ਪਿੰਡ ਵਿੱਚ ਅਨਾਉਂਸਮੈਂਟ ਹੋਈ, NRI ਬੰਦੇ ਬਾਹਰੋਂ ਆਏ,
ਉਹਨਾਂ ਆ ਕੇ ਅਨਾਉਂਸਮੈਂਟ ਕੀਤੀ ਵੀ ਜਿਵੇਂ ਦੂਜੇ ਪਿੰਡਾਂ ਵਿੱਚ ਟੂਰਨਾਮੈਂਟ ਹੁੰਦਾ ਅਸੀਂ ਵੀ ਕਰਾਉਣਾ ਹੈ। ਉਹਨਾਂ ਟੂਰਨਾਮੈਂਟ ਕਰਾਇਆ, ਬਹੁਤ ਲੋਕ ਪਹੁੰਚੇ, ਦੂਜੇ ਪਿੰਡਾਂ ਤੋਂ ਦੂਰੋਂ ਦੂਰੋਂ ਸ਼ਹਿਰਾਂ ਤੋਂ ਟੀਮਾਂ ਖੇਡਣ ਆਈਆਂ। ਟੂਰਨਾਮੈਂਟ ਸਫਲ ਹੋ ਗਿਆ। ਪਰ ਇੱਕ ਗੱਲ ਦਾ NRI ਸੱਜਣਾਂ ਨੂੰ ਦੁੱਖ ਹੋਇਆ ਕਿ ਦੂਜੇ ਪਿੰਡਾਂ ਤੋਂ ਸ਼ਹਿਰਾਂ ਤੋਂ ਟੀਮਾਂ ਆਈਆਂ ਨੇ, ਟੂਰਨਾਮੈਂਟ ਵਧੀਆ ਨਿਕਲਿਆ, ਪਰ ਦੁੱਖ ਦੀ ਗੱਲ ਇਹ ਹੈ ਵੀ ਆਪਣੇ ਪਿੰਡ ਦੀ ਟੀਮ ਹੀ ਕੋਈ ਨਹੀਂ, ਆਪਣੇ ਪਿੰਡ ਦਾ ਪਹਿਲਵਾਨ ਕੋਈ ਵੀ ਨਹੀਂ ਘੁਲਿਆ ਵਿੱਚ, ਆਪਣੇ ਪਿੰਡ ਦੀ ਕੋਈ ਕਬੱਡੀ ਦੀ ਟੀਮ ਨਹੀਂ। ਸਾਨੂੰ ਟੂਰਨਾਮੈਂਟ ਕਰਾਉਣ ਦਾ ਤਾਂ ਲਾਭ ਹੈ ਜੇ ਆਪਣੇ ਨਗਰ ਤੋਂ ਵੀ ਕੋਈ ਟੀਮ ਹੋਵੇ। ਉਹ ਫਿਰ NRI ਸੱਜਣਾਂ ਨੇ ਸਲਾਹ ਕੀਤੀ, ਸਲਾਹ ਕਰਕੇ ਉਹਨਾਂ ਨੇ ਅਨਾਉਂਸਮੈਂਟ ਕਰਤੀ ਬਈ ਅਗਲੇ ਸਾਲ ਫਿਰ ਟੂਰਨਾਮੈਂਟ ਹੋਣਾ ਹੈ। ਜਿਹੜੇ ਕੋਈ ਆਪਣੇ ਨਗਰ ਤੋਂ ਪਹਿਲਵਾਨ ਬਣਨਗੇ, ਆਪਣੇ ਨਗਰ ਤੋਂ ਕੋਈ ਕਬੱਡੀ ਦੇ ਖਿਡਾਰੀ ਨਿਕਲਣਗੇ, ਉਹਨਾਂ ਸਾਰਿਆਂ ਦਾ ਖਰਚਾ ਜਿਹੜਾ ਉਹ ਅਸੀਂ ਕਰਾਂਗੇ, ਉਹਨਾਂ ਦੀ ਖੁਰਾਕ ਦਾ ਖਰਚਾ ਸਭ ਅਸੀਂ ਕਰਾਂਗੇ। ਜਿੰਨਾ ਦੇਸੀ ਘਿਓ ਚਾਹੀਦਾ ਸਾਡੇ ਵੱਲੋਂ ਫ੍ਰੀ, ਜਿੰਨੇ ਬਦਾਮ ਕਾਜੂ ਚਾਹੀਦੇ ਨੇ ਸਾਡੇ ਵੱਲੋਂ ਫ੍ਰੀ, ਪਰ ਮਿਹਨਤ ਕਰੋ, ਸਰੀਰ ਬਲਸ਼ਾਲੀ ਬਣਾਓ। ਜਿਹੜੇ ਪਹਿਲਵਾਨ ਬਣਨਗੇ, ਕੋਈ ਕਬੱਡੀ ਦੇ ਖਿਡਾਰੀ ਨਿਕਲਣਗੇ, ਸਾਡੇ ਵੱਲੋਂ ਖੁਰਾਕ ਫ੍ਰੀ ਹੈ, ਜੋ ਖਾਓਗੇ ਉਹ ਅਸੀਂ ਦੇਵਾਂਗੇ। ਕਈਆਂ ਨੇ ਨਾਮ ਲਿਖਾਤੇ, ਮੁਫਤ ਵਿੱਚ ਖੁਰਾਕ ਮਿਲਦੀ ਹੈ, ਨਾਮ ਲਿਖਾਉਣ ਨੂੰ ਕਈ ਅੱਗੇ ਹੋ ਗਏ। ਜਿਹੜੀ ਚੀਜ਼ ਮੁਫਤ ਵਿੱਚ ਮਿਲੇ, ਲੋੜ ਨਾ ਵੀ ਹੋਵੇ, ਲੋਕ ਆਪਣਾ ਨਾਮ ਲਿਖਾ ਦਿੰਦੇ ਨੇ। ਜਿਹੜੀ ਚੀਜ਼ ਮੁਫਤ ਵਿੱਚ ਮਿਲਦੀ ਹੋਵੇ, ਉਹਦੀ ਜ਼ਰੂਰਤ ਨਾ ਵੀ ਹੋਵੇ, ਲੋਕ ਉਹਦਾ ਨਾਮ ਲਿਖਾ ਦਿੰਦੇ ਨੇ। ਵੈਸੇ ਠੀਕ ਹੈ, ਮਾਫ ਕਰਿਓ, ਪ੍ਰਬੰਧਕਾਂ ਦਾ ਉਪਰਾਲਾ ਹੈ, ਕਹਿੰਦੇ ਨੇ ਕਕਾਰ ਜਿਹੜੇ ਉਹ ਭੇਟਾ ਰਹਿਤ ਦਿੱਤੇ ਜਾਣਗੇ, ਮੈਨੂੰ ਮਾਫ ਕਰਿਓ, ਇਹ ਪ੍ਰਥਾ ਵੈਸੇ ਪਾਉਣੀ ਨਹੀਂ ਚਾਹੀਦੀ। ਪਤਾ ਕਿਉਂ? ਜਿਹੜਾ ਬੰਦਾ ਅੰਮ੍ਰਿਤ ਛਕਣ ਲਈ ਕਕਾਰ ਨਹੀਂ ਖਰੀਦ ਸਕਦਾ, ਉਹ ਸਿੱਖੀ ਕਿੱਥੋਂ ਕਮਾ ਲਏਗਾ? ਉਹਦੇ ਅੰਦਰ ਅੰਮ੍ਰਿਤ ਛਕਣ ਦੀ ਕਕਾਰ ਖਰੀਦਣ ਦੀ ਚਾਹਨਾ ਨਹੀਂ ਹੈ, ਉਹ ਸਿੱਖੀ ਦੀ ਕਮਾਈ ਕਿੱਥੋਂ ਕਰੇਗਾ? ਹੋਰ ਕਈ ਚੀਜ਼ਾਂ ਦੀ ਸੇਵਾ ਕੀਤੀ ਜਾ ਸਕਦੀ ਹੈ, ਇਸ ਤਰ੍ਹਾਂ ਦੀ ਸੇਵਾ ਠੀਕ ਹੈ, ਚੱਲ ਪਈ ਹੈ, ਪਰ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਹਰ ਬੰਦੇ ਨੂੰ ਚਾਹੀਦਾ ਉਹ ਬੜੇ ਸ਼ੌਕ ਨਾਲ ਆਪਣੇ ਪੈਸਿਆਂ ਨਾਲ ਕਕਾਰ ਖਰੀਦੇ। ਸਾਧ ਸੰਗਤ, ਕਕਾਰਾਂ ਨਾਲ ਪਿਆਰ ਹੋਣਾ ਚਾਹੀਦਾ। ਜਿਹੜੀ ਚੀਜ਼ ਨਾਲ ਪਿਆਰ ਪੈਦਾ ਹੋ ਜਾਏ ਉਹ ਤੁਹਾਨੂੰ ਮਹਿੰਗੀ ਨਹੀਂ ਲੱਗਦੀ ਕਦੇ। ਜਿਹੜੀ ਚੀਜ਼ ਨਾਲ ਪਿਆਰ ਹੋਵੇ ਉਹ ਕਦੇ ਮਹਿੰਗਾ ਨਹੀਂ ਲੱਗੇਗਾ ਤੁਹਾਨੂੰ, ਉਹ ਕਦੇ ਔਖਾ ਨਹੀਂ ਲੱਗੇਗਾ। ਮੈਂ ਪਿਛਲੀ ਵਾਰ ਵੀ ਬੇਨਤੀ ਕਹੀ, ਇੱਕ ਨੌਜਵਾਨ ਬੱਚੇ ਨੂੰ ਉਹਨੇ ਗੋਦ ਵਿੱਚ ਚੁੱਕਿਆ, ਪਹਾੜੀ ਚੜ੍ਹ ਰਹੀ ਸੀ। ਸਾਧੂ ਨੇ ਵੇਖਿਆ ਬੱਚੀ ਬਹੁਤ ਤੇਜ਼ੀ ਨਾਲ ਪਹਾੜੀ ਚੜ੍ਹ ਰਹੀ ਹੈ। ਜਦੋਂ ਲੜਕੀ ਉਸ ਸਾਧੂ ਦੇ ਕੋਲੋਂ ਲੰਘੀ, ਉਹਨੇ ਆਵਾਜ਼ ਦੇ ਕੇ ਕਿਹਾ, ਬੇਟਾ ਤੂੰ ਇਹ 6-7 ਸਾਲ ਦਾ ਬੱਚਾ ਚੁੱਕਿਆ ਹੋਇਆ ਹੈ, ਇਹਦਾ ਭਾਰ ਕੋਈ 15-20 ਕਿਲੋ ਤਾਂ ਹੋਏਗਾ ਹੀ। ਤੂੰ 20 ਕਿਲੋ ਭਾਰ ਚੁੱਕ ਕੇ ਪਹਾੜੀ ਸਿੱਧੀ ਚੜੀ ਜਾਨੀ ਹੈ, ਤੈਨੂੰ ਕੋਈ ਥਕਾਵਟ ਨਹੀਂ ਹੋ ਰਹੀ, ਤੂੰ ਕੋਈ ਥਕਾਵਟ ਮਹਿਸੂਸ ਨਹੀਂ ਕਰ ਰਹੀ। ਮੈਂ ਤਾਂ ਆ 5-7 ਕਿਲੋ ਭਾਰ ਗਠੜੀ ਚੁੱਕਿਆ, ਮੇਰੇ ਕੋਲ ਯਾਤਰਾ ਦਾ ਸਮਾਨ ਹੈ, ਇੱਕ ਛਤਰੀ, ਇੱਕ ਬਿਸਤਰਾ, ਇੱਕ ਚਾਦਰ ਹੈ, 2 ਮੇਰੇ ਕੋਲ ਇੱਕ ਕੌਲੀ ਤੇ ਗਲਾਸ ਹੈ, ਮੈਨੂੰ 5-7 ਕਿਲੋ ਦਾ ਭਾਰ ਲੱਗਦਾ, ਤੈਨੂੰ 18-20 ਕਿਲੋ ਵਜਨ ਚੁੱਕ ਕੇ ਵੀ ਭਾਰ ਨਹੀਂ ਲੱਗਦਾ, ਕਿਉਂ? ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ ਸੀ, ਕਹਿੰਦੀ ਸੰਤ ਜੀ, ਬਾਬਾ ਜੀ, ਮਹਾਂਪੁਰਸ਼ੋ, ਤੁਹਾਨੂੰ ਭਾਰ ਪਤਾ ਕਿਉਂ ਲੱਗਦਾ? 5-7 ਕਿਲੋ ਗਠੜੀ ਦਾ ਭਾਰ ਵੀ ਤੁਹਾਨੂੰ ਮਹਿਸੂਸ ਹੋ ਰਿਹਾ ਹੈ, ਤੁਹਾਨੂੰ ਭਾਰ ਇਸ ਲਈ ਮਹਿਸੂਸ ਹੋ ਰਿਹਾ ਹੈ ਕਿਉਂਕਿ ਤੁਸੀਂ ਭਾਰ ਚੁੱਕਿਆ ਹੋਇਆ ਹੈ। ਮੈਨੂੰ ਇਹ 20-22 ਕਿਲੋ ਦਾ ਬੱਚਾ ਚੁੱਕਿਆ ਭਾਰ ਪਤਾ ਕਿਉਂ ਨਹੀਂ ਲੱਗਦਾ? ਮੈਂ ਭਾਰ ਨਹੀਂ ਚੁੱਕਿਆ, ਮੈਂ ਭਰਾ ਚੁੱਕਿਆ ਹੋਇਆ ਹੈ। ਭਰਾਵਾਂ ਦਾ ਭਾਰ ਨਹੀਂ ਹੁੰਦਾ, ਕਿਉਂ? ਭੈਣਾਂ ਭਰਾ ਨੂੰ ਪਿਆਰ ਨਾਲ ਚੁੱਕਦੀਆਂ ਨੇ। ਮੈਂ ਆਪਣੀ ਗੋਦੀ 'ਚ ਆਪਣਾ ਭਰਾ ਚੁੱਕਿਆ ਹੋਇਆ ਹੈ। ਭਰਾ ਪਿਆਰ ਨਾਲ ਚੁੱਕੇ ਜਾਂਦੇ ਨੇ, ਜਿਹਨੂੰ ਪਿਆਰ ਨਾਲ ਚੁੱਕੋਗੇ ਉਹਨੂੰ ਭਾਰ ਨਹੀਂ ਲੱਗਦਾ। ਕਦੇ ਮਾਂ ਨੂੰ ਪੁੱਛੋ ਵੀ ਬੱਚੇ ਦਾ ਭਾਰ ਲੱਗਦਾ? ਉਹ ਕਦੇ ਵੀ ਨਹੀਂ ਕਹੇਗੀ ਭਾਰ ਲੱਗਦਾ। ਬਾਂਹ ਇੱਧਰਲੀ ਥੱਕ ਗਈ, ਇੱਧਰ ਬਦਲ ਲਏਗੀ, ਉਹਨੂੰ ਬੱਚੇ ਦਾ ਭਾਰ ਨਹੀਂ ਲੱਗਦਾ। ਬੱਚੇ ਦਾ ਭਾਰ ਵੱਧਦਾ ਹੈ, ਸਗੋਂ ਮਾਂ ਖੁਸ਼ ਹੁੰਦੀ ਹੈ, ਮੇਰੇ ਬੱਚੇ ਦਾ ਭਾਰ ਵਧਿਆ। ਭਾਰ ਘਟ ਜਾਏ ਉਹ ਚਿੰਤਾ ਵਿੱਚ ਹੈ। ਉਹਨੂੰ ਭਾਰ ਕਿਉਂ ਨਹੀਂ ਲੱਗਦਾ? ਕਿਉਂਕਿ ਉਹ ਪਿਆਰ ਨਾਲ ਪਾਲਦੀ ਹੈ। ਜਿਹਨੂੰ ਪਿਆਰ ਨਾਲ ਚੁੱਕਿਆ ਜਾਏ ਉਹਦਾ ਭਾਰ ਨਹੀਂ ਲੱਗਦਾ। ਕਕਾਰਾਂ ਨਾਲ ਪਿਆਰ ਕਰਨ ਲੱਗ ਜਾਓ,
ਤੁਹਾਨੂੰ ਕਕਾਰ ਭਾਰੇ ਨਹੀਂ ਲੱਗਣਗੇ। ਸਾਧ ਸੰਗਤ ਸਿੱਖੀ ਕਮਾਉਣੀ ਉਹਨੂੰ ਭਾਰੀ ਲੱਗਦੀ ਹੈ ਜਿਹਨੂੰ ਪਿਆਰ ਨਹੀਂ ਹੈ। ਜਿਹਨੂੰ ਪਿਆਰ ਹੈ ਉਹਨੂੰ ਕੋਈ ਭਾਰਾ ਨਹੀਂ ਲੱਗਦਾ। ਕਹਿੰਦੇ ਨੇ ਉਹ ਕਈ ਮੁਫਤ ਵਿੱਚ ਜਿਨ੍ਹਾਂ ਨੂੰ ਚੀਜ਼ ਮਿਲਣੀ ਸੀ, ਖੁਰਾਕਾਂ ਮਿਲਣੀਆਂ ਸੀ, ਉਹਨਾਂ ਨਾਮ ਲਿਖਾ ਦਿੱਤਾ। ਮੈਂ ਵੀ ਕਬੱਡੀ ਵਿੱਚ ਆਉਣਾ ਜੀ, ਮੈਂ ਵੀ ਪਹਿਲਵਾਨ ਬਣਨਾ, ਮੈਂ ਵੀ ਪਹਿਲਵਾਨ ਬਣਨਾ। ਖੁਰਾਕ ਜੋ ਫ੍ਰੀ ਮਿਲ ਰਹੀ ਹੈ। NRI ਬੰਦਿਆਂ ਨੇ ਲੱਖਾਂ ਰੁਪਈਆ ਭੇਜ ਦਿੱਤਾ। ਪਿੰਡ ਵਾਲੇ ਕਈ ਕਿਲੋ ਘਿਓ ਮਹੀਨੇ ਦਾ ਇੱਕ ਬੰਦੇ ਨੂੰ ਦਿੰਦੇ ਰਹੇ। ਕਾਜੂ ਬਦਾਮ ਘਿਓ ਸਭ ਕੁਝ ਖਿਲਾਉਂਦੇ ਰਹੇ। ਉਹ ਨੌਜਵਾਨ ਜਿਹਨੇ 5-10 ਨਾਮ ਲਿਖਾਇਆ ਸੀ, ਤਕੜੇ ਡਾਢੇ ਮੋਟੇ ਹੋ ਗਏ। ਖੁਰਾਕ ਜੋ ਖੁੱਲੀ ਮਿਲ ਰਹੀ ਹੈ। ਸਾਲ ਲੰਘਦਿਆਂ ਦੇਰ ਨਾ ਲੱਗੀ। 1 ਸਾਲ ਬਾਅਦ ਉਹ NRI ਸੱਜਣ ਫਿਰ ਆ ਗਏ। ਉਹਨਾਂ ਨੇ ਆ ਕੇ ਫਿਰ ਉਸੇ ਤਰ੍ਹਾਂ ਮੇਲਾ ਕਰਵਾਇਆ, ਘੋਲ ਕਰਾਈ। ਇੱਕ ਪਿੰਡ ਦਾ ਨੌਜਵਾਨ ਕੋਈ 6.5 ਫੁੱਟ ਉੱਚਾ ਉਹਦਾ ਕੱਦ ਹੋਣਾ, ਉਹਨੇ ਰੱਜ ਕੇ ਖੁਰਾਕ ਖਾਧੀ। ਉਹ ਸਭ ਨਾਲੋਂ ਵੱਧ ਖੁਰਾਕ ਖਾਣ ਵਾਲਾ, ਕਈ ਕਿਲੋ ਘਿਓ ਖਾ ਗਿਆ ਉਹ, ਔਰ ਕਈ ਕਿਲੋ ਕਾਜੂ ਬਦਾਮ ਖਾ ਗਿਆ ਸਾਲਾਂ ਵਿੱਚ। 1 ਸਾਲ ਵਿੱਚ ਰੱਜ ਕੇ ਖੁਰਾਕ ਖਾਧੀ, ਤਾਕਤਵਰ ਹੋ ਗਿਆ। ਉਹ NRI ਬੰਦਿਆਂ ਸਲਾਹ ਕੀਤੀ ਵੀ ਸਭ ਤੋਂ ਤਕੜਾ ਮੁੰਡਾ ਇਹੀ ਹੈ, ਬਾਕੀ ਖਿਡਾਰੀ ਹੋਰ ਪਾਸੇ ਘਲਾਓ, ਇਹਨੂੰ ਪਟਕੇ ਦੀ ਘੋਲ ਤੇ ਬਿਠਾ ਦਿਓ। ਪਟਕੇ ਦੀ ਘੋਲ ਸਮਝਦੇ ਹੋ, ਜਿਹੜੀ ਆਖਰੀ ਘੋਲ ਹੋਣੀ ਹੈ। ਬਾਹਰੋਂ ਵੀ ਪਹਿਲਵਾਨ ਆਏ, ਉਹਨੂੰ ਪਹਿਲੇ ਉਹਨੇ ਪਟਕੇ ਦੀ ਘੋਲ ਤੋਂ ਬਿਠਾਤਾ ਵੇ ਆਖਰੀ ਘੋਲ ਜਿਹੜੀ ਉਹ ਸਾਡੇ ਪਿੰਡ ਦਾ ਪਹਿਲਵਾਨ ਲੜੇਗਾ, ਉਹਦੇ ਨਾਲ ਕੋਈ ਘੋਲ ਸਕਦਾ ਤੇ ਆ ਜਾਓ। ਦੂਜਿਆਂ ਨੂੰ ਢਾਹ ਕੇ ਇੱਕ ਕਤਨਾ ਜਿਹਾ ਛੋਟਾ ਜਿਹਾ ਪਹਿਲਵਾਨ, ਉਹਦਾ ਕੋਈ 5.25 ਫੁੱਟ ਕੱਦ ਸੀ, ਤਿੰਨਾਂ ਚੌਂ ਨੂੰ ਢਾਹ ਕੇ ਉਹ ਪਟਕੇ ਤੱਕ ਪਹੁੰਚ ਗਿਆ। ਜਦੋਂ ਦੋਵਾਂ ਦਾ ਮੁਕਾਬਲਾ ਫਾਈਨਲ ਖੇਡ ਵਿੱਚ ਹੋਣ ਲੱਗਾ, ਸਭ ਕਹਿੰਦੇ ਸਨ ਸਾਡੇ ਪਿੰਡ ਵਾਲੇ ਨੇ ਜਿੱਤ ਜਾਣਾ ਹੈ। ਕਿਉਂ? ਉਹ ਕਹਿੰਦੇ ਤਕੜਾ ਵੇਖੋ ਕਿੰਨਾ, 6.5 ਫੁੱਟ ਪੌਣੇ 7 ਫੁੱਟ ਕੱਦ ਹੈ, ਇਹਨੇ ਖੁਰਾਕਾਂ ਖਾਧੀਆਂ ਨੇ, ਸਰੀਰ ਲੋਹੇ ਵਰਗ ਹੈ, ਕਈ ਕੁਇੰਟਲ ਘਿਓ ਤੇ ਕਾਜੂ ਬਦਾਮ ਖਾ ਗਿਆ, ਇਹ ਤੇ ਉਹਨੂੰ ਟਿਕਣ ਹੀ ਨਹੀਂ ਦੇਗਾ। 5.25 ਫੁੱਟ ਦਾ ਬੰਦਾ ਇਹਦੇ ਸਾਹਮਣੇ ਕੀ ਹੈ? ਦੋਵਾਂ ਦੀ ਘੋਲ ਸ਼ੁਰੂ ਹੋਣ ਲੱਗੀ। ਸਭ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਸਨ। ਜਿਵੇਂ ਰੈਫਰੀ ਨੇ ਵਿਸਲ ਦੇ ਕੇ ਦੋਵਾਂ ਦੀ ਖੇਡ ਸ਼ੁਰੂ ਕਰਾਈ, ਹੈਰਾਨੀ ਦੀ ਹੱਦ ਨਾ ਰਹੀ। ਕਹਿੰਦੇ ਨੇ ਮਿੰਟ ਡੇਢ ਨਹੀਂ ਲੱਗਾ, ਉਹ 5.25 ਫੁੱਟ ਦੇ ਅਧਨੇ ਜਿਹੇ ਸੁੱਕੇ ਜਿਹੇ ਸਰੀਰ ਵਾਲੇ ਨੇ ਚੁੱਕ ਕੇ ਪੌਣੇ 7 ਫੁੱਟ ਵਾਲੇ ਨੌਜਵਾਨ ਦੀ ਪਿੱਠ ਲਾ ਦਿੱਤੀ। ਜਦੋਂ ਉਹਨੇ ਪਿੱਠ ਲਾ ਕੇ ਘੋਲ ਜਿੱਤ ਲਈ, ਰੌਲਾ ਪੈ ਗਿਆ ਵੀ ਜਿੱਤ ਗਿਆ। ਪਿੰਡ ਵਾਲੇ ਕਹਿੰਦੇ ਕਿਵੇਂ ਹੋ ਗਿਆ? ਨਾ ਜੀ ਦੁਬਾਰਾ ਕਰਾਓ। ਇਹ ਕਿਵੇਂ ਹੋ ਗਿਆ ਜੀ? ਐਡਾ ਵੱਡਾ ਤਕੜਾ ਬੰਦਾ ਅਧਨੇ ਜਿਹੇ ਬੰਦੇ ਨੇ ਕਿਵੇਂ ਢਾ ਲਿਆ? ਛੋਟੇ ਜਿਹੇ ਨੇ ਐਡੇ ਤਾਕਤਵਰ ਨੂੰ ਕਿਵੇਂ ਢਾ ਦਿੱਤਾ? ਖੇਡ ਵਿੱਚ ਰੌਲਾ ਪੈ ਗਿਆ। ਇੱਕ ਸਿਆਣੇ ਬਜ਼ੁਰਗ ਨੇ ਉੱਠ ਕੇ ਗੱਲ ਕਹੀ, ਕਹਿੰਦਾ ਉਹ ਕਾਕਾ ਰੌਲਾ ਨਾ ਪਾਓ, ਉਹ ਬੰਦਾ ਵਾਕਈ ਢਾ ਗਿਆ ਆਪਣੇ ਪਿੰਡ ਵਾਲੇ ਨੂੰ। ਉਹਦਾ ਕੱਦ ਛੋਟਾ ਹੈ, ਸਰੀਰ ਪਤਲਾ ਹੈ, ਪਰ ਉਹ ਵਾਕਈ ਢਾ ਗਿਆ ਆਪਣੇ ਪਹਿਲਵਾਨ ਨੂੰ। ਪਤਾ ਕਿਉਂ? ਇਹਨੇ ਕੱਲੀਆਂ ਖੁਰਾਕਾਂ ਖਾਧੀਆਂ ਨੇ, ਉਹਨੇ ਕੱਲੀ ਖੁਰਾਕ ਨਹੀਂ ਖਾਧੀ, ਉਹਦੇ ਪਿੱਛੇ ਕਿਸੇ ਗੁਰੂ ਦੀ ਜੁਗਤ ਕੰਮ ਕਰ ਰਹੀ ਹੈ। ਉਹਦੇ ਪਿੱਛੇ ਕਿਸੇ ਗੁਰੂ ਦੀ ਜੁਗਤ ਕੰਮ ਕਰ ਰਹੀ ਹੈ। ਉਹ ਕਿਸੇ ਕੋਲੋਂ ਸਿੱਖਿਆ ਹੋਇਆ ਹੈ। ਇਹਨੇ ਕੱਲੀ ਖੁਰਾਕ ਖਾਧੀ ਹੈ, ਇਹਨੇ ਕਿਸੇ ਗੁਰੂ ਦਾ ਆਸ਼ੀਰਵਾਦ ਨਹੀਂ ਲਿਆ, ਇਹਨੇ ਸਿੱਖਿਆ ਹੋਇਆ ਨਹੀਂ। ਉਹਦੇ ਪਿੱਛੇ ਗੁਰੂ ਦੀ ਜੁਗਤ ਕੰਮ ਕਰ ਗਈ ਹੈ। ਏਦਾਂ ਯਾਦ ਰੱਖਿਓ ਸਾਧ ਸੰਗਤ, ਇੱਥੇ ਵੱਡਾ ਛੋਟਾ, ਜ਼ਿਆਦਾ ਬਾਣੀ ਪੜਨ ਵਾਲਾ, ਘੱਟ ਪੜਨ ਵਾਲਾ, ਇਹਦਾ ਕੋਈ ਰੌਲਾ ਨਹੀਂ। ਸਿੱਖਾ ਤੂੰ ਗੁਰੂ ਅੱਗੇ ਅਰਦਾਸ ਕਰੀ। ਜਿੱਦਣ ਤੈਨੂੰ ਗੁਰੂ ਨਾਲ ਪ੍ਰੇਮ ਪੈਦਾ ਹੋ ਗਿਆ, ਗੁਰੂ ਨੇ ਤੇਰੀ ਕੰਧ ਉੱਤੇ ਮਿਹਰ ਦਾ ਹੱਥ ਰੱਖ ਦਿੱਤਾ, ਗੁਰੂ ਦੀ ਜੁਗਤ ਨਾਲ ਤੂੰ ਜਿੱਤ ਜਾਏਗਾ। ਕਿਉਂਕਿ ਜੁਗਤ ਤੋਂ ਬਗੈਰ ਨਹੀਂ ਜਿੱਤਿਆ ਜਾਂਦਾ। ਇਹ ਗੁਰੂ ਦੀ ਜੁਗਤ, ਗੁਰਪ੍ਰਸਾਦ, ਗੁਰੂ ਦੀ ਕਿਰਪਾ, ਉਹ ਤੋਂ ਬਗੈਰ ਤੁਸੀਂ ਸਿੱਖੀ ਵਿੱਚ ਜਿੱਤ ਨਹੀਂ ਸਕੋਗੇ। ਸਾਧ ਸੰਗਤ, ਤਾਈਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਬਾਤ ਵਜਨ ਟਮਕ ਭੇਰੀਆਂ, ਮਲ ਲਤੇ ਲੈਂਦੇ ਫੇਰੀਆਂ। ਭਾਈ ਤੇਰੇ ਆਲੇ ਦੁਆਲੇ ਤਾਂ ਮੱਲ ਘੁੰਮਦੇ ਨੇ। ਮੱਲ ਸਮਝਦੇ ਹੋ? ਪਹਿਲਵਾਨ। ਕਹਿੰਦੇ ਉਹ ਤਕੜੇ ਬਹੁਤ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਬਹੁਤ ਤਾਕਤਵਰ ਪਹਿਲਵਾਨ ਨੇ, ਢਾਹ ਲੈਂਦੇ ਨੇ, ਨਹੀਂ ਨਿਕਲਣ ਦਿੰਦੇ। ਇਨੀ ਵੱਡਿਆਂ ਵੱਡਿਆਂ ਨੂੰ ਲੁੱਟ ਲਿਆ। ਮਾਇਆ ਮੋਹ ਲਿਆ ਤ੍ਰੈ ਗੁਣੀਆਂ,
ਲੋਭ ਵਿਆਪੀ ਝੂਠੀ ਦੁਨੀਆ, ਇਹਨੇ ਨਹੀਂ ਕਿਸੇ ਨੂੰ ਛੱਡਿਆ। ਬ੍ਰਹਮਾ ਵਿਸ਼ਨੂੰ ਮਹਾਦੇਵ ਮੋਹੇ, ਇਹਨੇ ਤਾਂ ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਮਹੇਸ਼ ਵਰਗੇ ਨਹੀਂ ਛੱਡੇ। ਪਰ ਖਾਲਸਾ ਤੂੰ ਪਤਾ ਕਿਵੇਂ ਜਿੱਤ ਜਾਂਦਾ ਹੈ? ਕਿਉਂਕਿ ਤੇਰੀ ਕੰਧ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ। ਤੇਰੀ ਗੁਰੂ ਨੇ ਜ਼ਿੰਮੇਵਾਰੀ ਲਈ ਹੋਈ ਹੈ, ਤੂੰ ਉਹਨਾਂ ਦੇ ਹੱਥੋਂ ਹਾਰ ਨਹੀਂ ਸਕਦਾ। ਪਰ ਸ਼ਰਤ ਇੱਕ ਹੈ, ਤੂੰ ਉਸ ਗੁਰੂ ਅੱਗੇ ਅਰਦਾਸ ਕਰਦਾ ਰਹੀਂ। ਜਦੋਂ ਗੁਰੂ ਨੇ ਮਿਹਰ ਦਾ ਹੱਥ ਰੱਖਣਾ, ਤੂੰ ਵੱਡੇ ਵੱਡੇ ਮਹਾਬਲੀਆਂ ਨੂੰ ਜਿੱਤ ਸਕਦਾ ਹੈ। ਤਾਈਓ ਪਾਤਸ਼ਾਹ ਨੇ ਕਿਹਾ, ਮਲ ਲੱਥੇ ਲੈਂਦੇ ਫੇਰੀਆਂ। ਫਿਰ ਕੀ ਹੋਇਆ? ਨਿੱਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਨੇ ਮੋਢੇ ਤੇ ਥਾਪੀ ਧਰੀ ਹੈ, ਜਾ ਪੁੱਤਰਾ ਤੂੰ ਪੰਜ ਬਾਣੀਆਂ ਦਾ ਨਿਤਨੇਮ ਨਾ ਛੱਡੀ, ਪੰਜਾਂ ਨੂੰ ਢਾ ਕੇ ਰੱਖ ਦੇਗਾ। ਜਾ ਪੁੱਤਰਾ ਤੂੰ ਜਪਜੀ ਸਾਹਿਬ ਦਾ ਜਾਪ ਨਾ ਛੱਡੀ, ਇਹ ਪੰਜ ਤੇਰੇ ਸਾਹਮਣੇ ਕੁਝ ਵੀ ਨਹੀਂ, ਤੂੰ ਤਾਂ ਢਾ ਲੇਗਾ। ਮੈਂ ਇੱਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਦੀ ਦਰਸ਼ਨ ਕੀਤੇ, ਬਹੁਤ ਇਕਾਂਤ ਜਗ੍ਹਾ ਉੱਥੇ ਵੀ, ਜਿਵੇਂ ਇੱਥੇ ਭਾਤਪੁਰ ਸਾਹਿਬ ਬਣਿਆ, ਇੱਦਾਂ ਸਾਧ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਥਾਨ ਹੈ, ਪਹਾੜੀ ਦੇ ਉੱਤੇ ਹੈ। ਉਹ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਪੀਰ ਵਾਲਾ ਸਾਹਿਬ। ਉੱਥੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਭਰਥਰੀ ਦੇ ਨਾਲ ਵਿਚਾਰ ਹੋਈ। ਭਰਥਰੀ ਦੇ ਕੋਲ ਬਹੁਤ ਵੱਡੀਆਂ ਰਿਧੀਆਂ ਸਿੱਧੀਆਂ ਆ ਗਈਆਂ ਸੀ। ਉਹ ਜੇ ਕਿਸੇ ਦੀਆਂ ਅੱਖਾਂ ਵਿੱਚ ਵੇਖ ਲੈਂਦਾ ਸੀ ਨਾ, ਉਹ ਬੰਦੇ ਨੂੰ ਅੰਨਾ ਕਰ ਦਿੰਦਾ ਸੀ। ਜਦੋਂ ਪਾਤਸ਼ਾਹ ਉਸ ਜਗ੍ਹਾ ਤੇ ਪਹੁੰਚੇ, ਹਜ਼ੂਰ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਭਰਥਰੀ ਦੀਆਂ ਅੱਖਾਂ 'ਚ ਨਾ ਵੇਖੀ। ਕਹਿੰਦੇ ਮਹਾਰਾਜ ਕਿਉਂ? ਕਹਿੰਦੇ ਬੰਦੇ ਦੀ ਨਜ਼ਰ ਖਿੱਚ ਲੈਂਦਾ, ਅੰਨਾ ਕਰ ਦਿੰਦਾ, ਇਹਦੇ ਕੋਲ ਰਿਧੀਆਂ ਸਿੱਧੀਆਂ। ਕਹਿੰਦੇ ਮਹਾਰਾਜ ਫਿਰ ਇੱਥੇ ਲੈ ਕੇ ਕਿਉਂ ਆਏ ਆ? ਕਹਿੰਦੇ ਮਰਦਾਨਿਆਂ ਭਰਥਰੀ ਨੂੰ ਸੁਜਾਖਾ ਕਰਨਾ। ਆਖੋ ਸਤਨਾਮ ਸ੍ਰੀ। ਕਹਿੰਦੇ ਮਰਦਾਨਿਆਂ ਇਹ ਦੂਜਿਆਂ ਦੀ ਨਜ਼ਰ ਖਿੱਚ ਲੈਂਦਾ, ਪਰ ਖੁਦ ਅੰਨਾ, ਇਹਨੂੰ ਸੁਜਾਖਾ ਕਰਨਾ, ਇਹਨੂੰ ਸੁਜਾਖਾ ਕਰਨਾ। ਭਾਈ ਮਰਦਾਨਾ ਜੀ ਨੇ ਵੇਖਿਆ ਨਹੀਂ ਭਰਥਰੀ ਵੱਲ। ਭਰਥਰੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਵੱਲ ਆਪਣੇ ਮੰਤਰ ਛੱਡਦਾ ਵੇ। ਗੁਰੂ ਨਾਨਕ ਸਾਹਿਬ ਦਾ ਸੇਵਕ ਨਹੀਂ ਮੇਰੇ ਵੱਲ ਵੇਖਦਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਰਹੇ ਨੇ। ਜਦੋਂ ਪਾਤਸ਼ਾਹ ਨੇ ਨਜ਼ਰ ਭਰ ਕੇ ਇੱਕ ਵਾਰ ਭਰਥਰੀ ਵੱਲ ਵੇਖਿਆ, ਭਰਥਰੀ ਦੀਆਂ ਰਿਧੀਆਂ ਸਿੱਧੀਆਂ ਤੰਤਰ ਮੰਤਰ ਝੜ ਪਏ। ਹਜ਼ੂਰ ਮੁਸਕਰਾ ਪਏ, ਕਹਿੰਦੇ ਭਰਥਰੀ ਹੁਣ ਵੇਖਣਾ, ਤੂੰ ਸਾਡੀ ਨਜ਼ਰ ਖਿੱਚ ਕੇ ਸਾਨੂੰ ਅੰਨਾ ਕਰ ਦੇ ਕਿ ਅਸੀਂ ਤੈਨੂੰ ਸੁਜਾਖਾ ਕਰ। ਬਸ ਹਜ਼ੂਰ ਨਾਲ ਨਜ਼ਰ ਮਿਲਣ ਦੀ ਦੇਰ ਸੀ। ਉਹ ਘਟਨਾ ਘਟ ਗਈ ਫਿਰ ਭਰਥਰੀ ਨਾਲ, ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ, ਗੁਰੂ ਵੀ ਕਿਰਪਾ ਦਾ ਤੀਰ ਕਿਸੇ ਤੇ ਮਾਰ ਦਿੰਦਾ। ਨਜ਼ਰ ਮਿਲਦਿਆਂ ਸਾਰ ਪਾਤਸ਼ਾਹ ਨੇ ਐਸਾ ਬਾਣ ਚਲਾਇਆ ਕਿ ਕਬੀਰ ਸਤਿਗੁਰ ਸੂਰਮੇ। ਗੁਰੂ ਕੱਲਾ ਭਗਤੀ ਵਾਲਾ ਥੋੜੀ ਹੈ, ਗੁਰੂ ਸੂਰਮਾ ਵੀ ਹੈ। ਕਬੀਰ ਸਤਿਗੁਰ ਸੂਰਮੇ, ਵਾਇਆ ਬਾਣ ਜੁਏਕ। ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰ ਜੇ ਸ਼ੇਕ। ਹੁਣ ਭਰਥਰੀ ਬੋਲੇ ਨਾ, ਹਜ਼ੂਰ ਨੇ ਕਿਹਾ ਤੂੰ ਇੰਨੀ ਉਮਰ ਦਾ ਜੋਗੀ ਹੈ, ਰਾਜਾ ਵੀ ਰਿਹਾ, ਬੋਲ। ਭਰਥਰੀ ਦੀਆਂ ਕਈ ਜਗ੍ਹਾ ਪਹਾੜਾਂ ਵਿੱਚ ਬਣੀਆਂ ਨੇ, ਲੋਕ ਪੂਜਦੇ ਨੇ। ਫਿਰ ਬਾਦਸ਼ਾਹ ਨੇ ਉਹਨੂੰ ਬੋਲਣ ਤੋਂ ਗੁੰਗਾ ਕਰ ਦਿੱਤਾ। ਕਬੀਰ ਗੁੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਕਿਧਰੋਂ? ਗੁਰੂ ਨੇ ਨਿਰਮਲ ਕੀਤਾ। ਹੁਣ ਜ਼ੁਬਾਨ ਨਾਲ ਕਰਖਤ ਬੋਲ ਨਹੀਂ ਬੋਲੇਗਾ, ਹੁਣ ਕੰਨਾਂ ਨਾਲ ਨਿੰਦਿਆ ਨਹੀਂ ਸੁਣੇਗਾ, ਹੁਣ ਕੰਨਾਂ ਨਾਲ ਆਪਣੀ ਉਸਤਤ ਸੁਣ ਕੇ ਖੁਸ਼ ਨਹੀਂ ਹੋਏਗਾ। ਕਬੀਰ ਗੁੰਗਾ ਹੁਆ ਬਾਬਰਾ, ਪੜੋ ਬਹਿਰਾ ਹੁਆ ਕਾਨ। ਪਾਵੋਂ ਤੇ ਪਿੰਗਲ ਪਿਆ, ਮਾਰਿਆ ਸਤਿਗੁਰ ਬਾਣ। ਕੀ ਬਣਾ ਦਿੱਤਾ ਉਹਨੂੰ? ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ
ਵੇਖੇ ਹੋਏ ਸੰਤ। ਅੱਜ ਸੰਤ ਬਣਾਇਆ ਭਰਤਰੀ ਨੂੰ। ਉਹ ਭਰਤਰੀ ਹੁਣ ਸੰਤ ਹੋ ਗਿਆ। ਉਹ ਭਰਤਰੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਢਹਿ ਪਿਆ, ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਇਹ ਸੱਚ ਹੈ ਜੋ ਸਿੱਧ ਜੋਗੀਆਂ ਨੇ ਤੁਹਾਨੂੰ ਕਿਹਾ ਸੀ, ਅੱਜ ਮੈਂ ਵੀ ਅਜਮਾ ਕੇ ਵੇਖ ਲਿਆ। ਪਾਤਸ਼ਾਹ ਤੁਹਾਡੀ ਉਮਰ ਮੇਰੇ ਨਾਲੋਂ ਛੋਟੀ ਹੈ, ਪਰ ਕਮਾਈ ਵਾਕਿਆ ਹੀ ਵੱਡੀ ਹੈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਜਗ੍ਹਾ ਉੱਤੇ ਅਸੀਂ ਬੈਠੇ ਤਾਂ ਬਹੁਤ ਚੜ੍ਹਦੀ ਕਲਾ ਵਾਲਾ ਗੁਰਸਿੱਖ, ਕਕਾਰ ਪਹਿਨੇ ਹੋਏ, ਚਿਹਰਾ ਉਹਦਾ ਲਾਲ ਹੈ, ਦਗ ਦਗ ਕਰੇ। ਉੱਥੇ ਇੱਕ ਬਹੁਤ ਪਿਆਰ ਵਾਲੀ ਰੂਹ ਰਹਿੰਦੀ ਹੈ, ਉਹਨਾਂ ਦੀ ਉਮਰ ਕੋਈ 94-95 ਸਾਲ ਹੈ। ਹੁਣ ਤਾਂ ਉਹ 100 ਸਾਲ ਤੋਂ ਉੱਪਰ ਹੋਣਗੇ। ਤਾਂ ਕਈ ਵਰ੍ਹਿਆਂ ਦੀ ਇਹ ਗੱਲ ਉੱਥੇ ਬੈਠਿਆਂ, ਕਿਉਂਕਿ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਰੱਬ ਦੇ ਪਿਆਰ ਵਾਲੀਆਂ ਹੁੰਦੀਆਂ। ਵਪਾਰੀ ਨੂੰ ਮਿਲਦਾ ਹੈ, ਵਪਾਰ ਦੀ ਗੱਲ ਕਰਦਾ ਹੈ। ਨੌਕਰੀ ਵਾਲਾ ਨੌਕਰੀ ਵਾਲੇ ਨੂੰ ਮਿਲੇ, ਉਹਦੇ ਨਾਲ ਉਦਾਂ ਦੀਆਂ ਗੱਲਾਂ ਕਰਦਾ। ਕਿੰਨਾ ਕੁ ਤੁਹਾਨੂੰ ਐਗਰੀਮੈਂਟ ਲੱਗ ਜਾਂਦਾ, ਕਿੰਨਾ ਕੁ ਹੁਣ ਤਨਖਾਹ ਵਧੀ ਹੈ, TADA ਕਿੰਨਾ ਮਿਲਦਾ, ਆਹ ਕਿੰਨਾ ਮਿਲਦਾ, ਉਹ ਉਹਦੀ ਗੱਲ ਕਰਦਾ। ਸਾਧੂ ਮਿਲੇ, ਉਹ ਫਿਰ ਰੱਬ ਦੀਆਂ ਗੱਲਾਂ ਕਰਦਾ। ਉਹਨੂੰ ਪੁੱਛਿਆ, ਉਹਨੂੰ ਕਹਿੰਦੇ ਵੀ ਕਿਵੇਂ ਚੱਲ ਰਿਹਾ? ਕਹਿੰਦਾ ਬਾਬਾ ਜੀ ਚੜ੍ਹਦੀ ਕਲਾ। ਕਹਿੰਦੇ ਮਾਇਆ ਦਾ ਕੀ ਹਿਸਾਬ ਕਿਤਾਬ ਹੈ? ਕਹਿੰਦਾ ਜੀ ਬਸ ਚੜ੍ਹਦੀ ਕਲਾ। ਕਹਿੰਦੇ ਬਈ ਡਾਢੀ ਬਹੁਤ ਹੈ, ਢਾ ਲੈਂਦੀ ਹੈ, ਵੱਡਿਆਂ ਨੂੰ ਸੱਟ ਲੈਂਦੀ ਹੈ। ਕਹਿੰਦੇ ਕਿੱਦਾਂ ਫਿਰ ਜੀਵਨ ਚੱਲ ਰਿਹਾ? ਕਹਿੰਦੇ ਜੀ ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਹੈ ਚੜ੍ਹਦੀ ਕਲਾ। ਤਾਂ ਉਹ ਮਹਾਂਪੁਰਸ਼ ਕਹਿੰਦੇ ਪਿਆਰ ਵਾਲੇ, ਕਹਿੰਦੇ ਭਾਈ ਮਾਇਆ ਡਾਢੀ ਬਹੁਤ ਹੈ, ਕਈਆਂ ਨੂੰ ਢਾ ਲੈਂਦੀ ਹੈ। ਇਹ ਨਾਗਣੀ ਹੈ, ਬਿਨਾਂ ਦੰਦਾਂ ਤੋਂ ਖਾ ਲੈਂਦੀ ਹੈ। ਮਾਇਆ ਹੋਈ ਨਾਗਣੀ, ਜਿਨ ਬਿਨ ਦੰਤਾਂ ਜਗ ਖਾਇਆ। ਜਦੋਂ ਉਹ ਸਾਧੂ ਕਹਿੰਦੇ ਨਾ ਮਹਾਂਪੁਰਸ਼, ਕਹਿੰਦੇ ਭਾਈ ਮਾਇਆ ਨਾਗਣੀ ਹੈ, ਬਿਨਾਂ ਦੰਦਾਂ ਤੋਂ ਖਾ ਲੈਂਦੀ, ਪਤਾ ਨਹੀਂ ਲੱਗਣ ਦਿੰਦੀ। ਅੱਗੋਂ ਗੁਰੂ ਦਾ ਸਿੱਖ ਪਤਾ ਕੀ ਕਹਿੰਦਾ? ਉਹ ਖੁਸ਼ ਹੋ ਕੇ ਕਹਿੰਦਾ ਬਾਬਾ ਜੀ ਇੱਧਰ ਵੀ 10ਵੇਂ ਪਾਤਸ਼ਾਹ ਦਾ ਪੁੱਤ ਹੈ। ਕਹਿੰਦਾ ਹੋਏਗੀ ਜੀ ਮਾਇਆ, ਅਸੀਂ ਕਿਹੜਾ ਨਹੀਂ ਕਹਿੰਦੇ। ਮਾਇਆ ਬਲਸ਼ਾਲੀ ਹੈ, ਤਕੜੀ ਹੈ, ਮੋਹਣੀ ਹੈ, ਬਿਨਾਂ ਦੰਦਾਂ ਤੋਂ ਖਾ ਲੈਂਦੀ। ਇੱਧਰ ਵੀ 10ਵੇਂ ਪਾਤਸ਼ਾਹ ਦਾ ਪੁੱਤ ਹੈ। ਉਹਨਾਂ ਦੀਆਂ ਬਾਤਾਂ ਸੁਣ ਕੇ ਸਾਧ ਸੰਗਤ ਹੈ ਮਨ ਆਨੰਦਿਤ ਹੋ ਗਿਆ। ਇੱਦਾਂ ਦੇ ਵੀ ਗੁਰਸਿੱਖ ਮਾਣ ਗੁਰੂ ਉੱਤੇ। ਜਦੋਂ ਸਿੱਖ ਗੁਰੂ ਤੇ ਮਾਣ ਰੱਖ ਕੇ ਚੱਲਦਾ, ਯਾਦ ਰੱਖਿਓ ਗੁਰੂ ਕਦੇ ਤੁਹਾਡੀ ਕੰਡ ਨਹੀਂ ਲੱਗਣ ਦੇਗਾ। ਗੁਰੂ ਮੋਢੇ ਤੇ ਥਾਪੀ ਧਰ ਕੇ ਕਹਿੰਦਾ, ਜਾ ਪੁੱਤਰਾ ਹੁਣ ਨਹੀਂ ਤੈਨੂੰ ਡਰਨ ਦੀ ਲੋੜ, ਮੈਂ ਤੈਨੂੰ ਭਗਤੀ ਵੀ ਦਿੱਤੀ, ਤੈਨੂੰ ਸ਼ਕਤੀ ਵੀ ਦਿੱਤੀ, ਗੁਰ ਥਾਪੀ ਦਿੱਤੀ, ਕੰਡ ਜੀਓ। ਪਰ ਸ਼ਰਤ ਇੱਕ ਹੈ, ਗੁਰੂ ਤੇ ਵਿਸ਼ਵਾਸ ਰੱਖ ਕੇ ਪੜਿਆ ਕਰੋ ਕਿ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਏਕ ਨਾ ਅੰਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮੰਨੈ। ਜੇ ਫਿਰ ਵਰਤ ਵੀ ਰੱਖਣੇ, ਫਿਰ ਥੋੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ। ਇੱਥੇ ਵਰਤ ਆਉਂਦੇ, ਬੀਬੀਆਂ ਵਰਤ ਵੀ ਰੱਖ ਲੈਂਦੀਆਂ, ਕਹਿੰਦੀਆਂ ਬੰਦੇ ਦੀ ਉਮਰ ਵੱਧ ਜਾਏ। ਕਈ ਵਾਰ ਦੂਜੇ ਵਿਖਾਵੇ ਵਾਸਤੇ ਹੀ ਨਾਲ ਦੀ ਨੂੰ ਰੱਖਿਆ, ਸੂਟ ਮਿਲ ਜਾਏਗਾ, ਹੋਰ ਕੋਈ ਚੀਜ਼ਾਂ। ਸਾਧ ਸੰਗਤ ਉਹ ਵਿਖਾਵੇ ਮਤ ਰੱਖਦੀਆਂ, ਵੇ ਮੈਨੂੰ ਕੀ ਕਹਿਣਗੇ। ਮੈਂ ਆਪਣੇ ਘਰ ਵਾਲੇ ਦੀ ਉਮਰ ਲਈ ਵਰਤ ਹੀ ਨਹੀਂ ਰੱਖਿਆ, ਭਾਵੇਂ ਗੁੱਸੇ ਵਿੱਚ ਸਵੇਰੇ ਕਹਿਣ ਲੱਗ ਜਾਵੇ ਤੇਰਾ ਹੀ ਸਿਆਪਾ ਕਰਨ ਲੱਗੀ ਹੈ, ਸਾਰਾ ਦਿਨ ਭੁੱਖਾ ਰਹਿਣਾ। ਸਾਧ ਸੰਗਤ ਤੁਸੀਂ ਗੁਰੂ ਦੇ ਸਿੱਖ ਹੋ, ਤੁਹਾਨੂੰ ਵਿਸ਼ਵਾਸ ਹੈ ਜਨਮ ਮਰਨ ਅਕਾਲ ਪੁਰਖ ਦੇ ਹੱਥ ਹੈ। ਜੇ ਏਦਾਂ ਵਰਤ ਰੱਖ ਕੇ ਉਮਰਾਂ ਵੱਧਦੀਆਂ ਹੋਣ, ਸਾਰੀ ਦੁਨੀਆ ਵਧਾ ਲੈ ਫਿਰ। ਇਸ ਲਈ ਪਾਤਸ਼ਾਹ ਨੇ ਕਿਹਾ, ਤੂੰ ਗੋਰ ਮੜੀ ਮਠ ਭੂਲ ਨਾ ਮੰਨੇ, ਨਾ ਤੂੰ ਵਰਤਾਂ ਤੇ ਵਿਸ਼ਵਾਸ ਕਰੇ, ਜਿਹਦਾ ਧਰਮ ਕਹਿੰਦਾ ਉਹ ਰੱਖੀ ਜਾਵੇ। ਤੈਨੂੰ ਗੁਰੂ ਨੇ ਵਿਵਰਜਿਤ ਕੀਤਾ। ਜਿਹਦਾ ਧਰਮ ਕਹਿੰਦਾ ਸਿੱਖ ਕਿਸੇ ਦੀਆਂ ਕਬਰਾਂ ਨੂੰ ਠੇਡੇ ਨਹੀਂ ਮਾਰਦਾ, ਪਰ ਯਾਦ ਰੱਖਿਓ ਸਿੱਖ ਕਿਸੇ ਦੀ ਕਬਰ ਅੱਗੇ ਸਿਰ ਵੀ ਨਹੀਂ ਝੁਕਾਉਂਦਾ। ਪਤਾ ਕਿਉਂ? ਉਹ ਰੋਜ਼ ਆਪਣੇ ਗੁਰੂ ਤੇ ਮਾਣ ਰੱਖ ਕੇ ਪੜ੍ਹਦਾ। ਤੁਸੀਂ ਵੀ ਪੜ੍ਹਦੇ ਹੋ, ਹੁਣ ਵੀ ਪੜ੍ਹ ਕੇ ਆਏ ਹੋਵੋਗੇ। ਕਦੇ ਵਿਸ਼ਵਾਸ ਰੱਖ ਲਿਓ, ਇੰਨਾ ਮਾਣ ਹੈ ਕਿ ਆਪਾਂ ਗੁਰੂ ਨੂੰ ਕਹਿ ਸਕੀਏ, ਦਾਤਿਆ ਜਦੋਂ ਦੇ ਤੇਰੇ ਚਰਨ ਪਕੜੇ ਨਾ, ਅਸੀਂ ਕਿਸੇ ਨੂੰ ਅੱਖ ਥੱਲੇ ਵੀ ਨਹੀਂ ਧਰਦੇ। ਕੌਣ ਹੈ? ਜਦੋਂ ਦਾ ਅੰਮ੍ਰਿਤ ਪਾਨ ਕੀਤਾ,
जिस दिन दी खंडे वाटे दी पौल छकी है, जिस दिन दे निर्मल पंथ खालसा पंथ दे पंधी बने आ 10वें पातशाह, उदण दे असीं किसी नूं अख थले भी नहीं तरदे। रहतनामा श्री गुरु गोबिंद सिंह महाराज जी दा, ਉਹਦੇ ਵਿੱਚ ਪਾਤਸ਼ਾਹ ਨੇ ਲਿਖਿਆ, ਜੇ ਕੋਈ ਮੇਰੇ ਖਾਲਸੇ ਦੀਆਂ ਅੱਖਾਂ ਦੇ ਸਾਹਮਣੇ ਕੋਈ ਜਾਦੂਗਰ ਮੰਤਰ ਪੜ੍ਹ ਕੇ ਆਕਾਸ਼ ਵਿੱਚ ਪਹਾੜ ਉੱਡਦਾ ਦਿਖਾ ਦੇ ਨਾ, ਚੀਜ਼ਾਂ ਉੱਡਦੀਆਂ ਦਿਖਾ ਦੇ, ਤਾਂ ਵੀ ਮੇਰਾ ਸਿੱਖ ਇੰਨਾ ਦ੍ਰਿੜਤਾ ਵਿੱਚ ਰਵੇ, ਐਡੇ ਵੱਡੇ ਜਾਦੂਗਰ ਦੀ ਕਰਾਮਾਤ ਵੇਖ ਕੇ ਉਹ ਗੁਰੂ ਉੱਤੇ ਮਾਣ ਰੱਖ ਕੇ ਚੱਲੇ, ਐਡੀ ਵੱਡੀ ਉਹ ਜਾਦੂਗਰੀ ਵੇਖ ਕੇ ਵੀ ਗੁਰੂ ਦੇ ਚਰਨਾਂ ਤੋਂ ਸਿਵਾਏ ਕਿਤੇ ਸਿਰ ਨਾ ਝੁਕਾਵੇ। ਹੁਣ ਸਾਡੇ ਸਾਹਮਣੇ ਕੋਈ ਚੀਜ਼ਾਂ ਉਡਾ ਦੇ ਇਦਾਂ ਹਵਾ 'ਚ, ਤੁਸੀਂ ਤਾਂ ਹੱਥ ਜੋੜ ਲਓਗੇ, ਬੜਾ ਪਹੁੰਚਿਆ ਹੋਇਆ ਬਾਬਾ ਹੈ ਭਾਈ, ਉਹ ਤਾਂ ਹਵਾ 'ਚ ਉਡਾ ਦਿੰਦਾ ਚੀਜ਼ਾਂ। ਇੰਨਾ ਸਭ ਕੁਝ ਕਿਸੇ ਜਾਦੂਗਰ ਕੋਲ ਕਰਾਮਾਤ ਹੋਵੇ, ਪਰ ਖਾਲਸਾ पूरे मान विच रवे, गुरु ते भरोसा रखे, वो मान नाल पढ़े के पाए गए जब ते तुमरे पढ़ो तब ते को आंख तरे नहीं। पातशाह जिदन दे तेरे चरण फड़े असी किसी नूं अख थले भी नहीं तरदे, कौन है होएगा किसी दा? असी भी 10वें पातशाह दे पुत पाए गए जब ते तुमरे पढ़ो तब ते को आंख तरे नहीं। राम रहीम पुराण कुरान अनेक कहे मत, सिमरत शास्त्र वेद सब बो भेद कहे हम। श्री सपान कृपा तुमरी कर, मैं ना कहूँ सब तोहे। उस तो बाद दोहरा लिखे, कहते दोहरा के गाया कर कि सगल द्वार को छाड़ के गयो तो पढ़ो वाह गहे की लाज अस गोविंद। वो बांह पकड़े दी लाज रख दे, आपां बांह पकड़ा के भजीए ना इधर उधर, विश्वास रखिए गुरु ते, 10वें पातशाह ते भरोसा होना चाहिए। हिंदुस्तान पाकिस्तान की वंड हुई, मैं कथा नैट उत्ते गुरुमुख प्यारे बैठे ने पाई है। एक परिवार इधर उजड़ के आ गया, रस्ते विच उन्हां दी मां मुक गई, 2 छोटियां छोटियां बच्चियां सन, तो बुजुर्ग उहदा लड़का, 2 पोतियां छोटियां छोटियां, एक नौ। थोड़े सालों बाद ही अजे 1.5-2 साल होए, घर भी ना चंगी तरह अजे बनिया, तो ਉਹਦੇ सिर ਵਿੱਚ बहुत दर्द रहन लग पिया। उदों क्रिश्चनां ਦਾ लुधियाने ਵਿੱਚ कोई हॉस्पिटल सी, अज भी है, ਉਹਨੂੰ CMC ਕਹਿੰਦੇ ਨੇ। तो उत्थे उन्हें टेस्ट करवाया, वो डॉक्टर ने टेस्ट करके दस्या भी ਇਹਦੇ सिर ਦੇ ਵਿੱਚ ब्रेन 'ਚ रसौली है, ਉਹਦਾ ऑपरेशन करना पैना, नहीं तो कदे भी ਇਹਦੀ ਅੱਖਾਂ ਦੀ लाइट ਜਿਹੜੀ ਉਹ बंद हो सकती। वो बजुर्ग ने कहा जी कमाउण वाला ही यह है, मैं तो बजुर्ग हाँ, असी तो उजड़ के उधरों आए हैं, कमाउण वाला यही लड़का है। वो डॉक्टर ने कहा बापू भी इसका ऑपरेशन करवाना पैना, मैं थोड़ी मदद कर सकना, जे तुहाडे कोल पैसे नहीं बाद में दे दिओ। मेरे नाल दा एक लंडन तो पढ़ के डॉक्टर दिल्ली रहिंदा है, उत्थे ऑपरेशन करा। आंढ गुआंढ में सलाह की, 2-4-6 दिन लंघ गए, गरीब बंदा बहुत कुछ सोचता है। 6 दिनों बाद घटना घट गई, सचमुच तेज दर्द होया, उहदे अखां दी लाइट चली गई, डॉक्टर की गल सच हो गई। फिर लोगों कहा बजुर्ग नूं, कहते सोहण सिया हुण अपना अन्ना पुत थोड़ी सारी उम्र बिठाई रखेगा, बच्चियां छोटियां छोटियां ने, भाई इहदा इलाज करा। उन्हें फिर उस डॉक्टर को गया, चिट्ठी लिखवा ली, पहुंच गया दिल्ली। उन्हें ऑपरेशन की तरीक दे दी, भाई 3 दिन रुक के बुधवार ऑपरेशन होना है, तुहाडे कोलों पैसे बाद में ले लांगे, जिन्ने है थोड़े बहुते दे दिओ। डॉक्टर की चिट्ठी उन्हें ले ली, वो डॉक्टर ने बुधवार की तरीक दे दी, एडमिट कर ले। मंगलवार की रात आई तो डॉक्टर राउंड ते आया, उन्हें सारे पेशेंट वेखे, इनू भी आके बुलाया, गुरमुख सिंह किदां भी ठीक है, कल सवेरे तेरा ऑपरेशन होना है 7 बजे, तकड़ा हो जाए, अरदास कर रब अगे तू ठीक हो जाए।
ਇਦਾਂ ਗੱਲਾਂ ਕਰਕੇ ਡਾਕਟਰ ਆਸ਼ਵਾਸਨ ਦਵਾ ਕੇ ਜਦੋਂ ਤੁਰਨ ਲੱਗਾ, ਉਹਨੇ ਨਾਲ ਖਲੋਤੀ ਨਰਸ ਜਿਹੜੀ ਸਿਸਟਰ ਸੀ ਉਹਨੂੰ ਕਿਹਾ, ਸਿਸਟਰ ਸਵੇਰੇ 7 ਵਜੇ ਦਾ ਆਪਰੇਸ਼ਨ ਹੈ ਤੇ 7 ਵਜੇ ਤੋਂ ਪਹਿਲਾਂ ਪਹਿਲਾਂ ਸਵੇਰੇ ਇਹਦੇ ਸਿਰ ਦੇ ਵਾਲ ਕਟਾ ਦਿਓ। ਡਾਕਟਰ ਤਾਂ ਇੰਨੀ ਗੱਲ ਕਹਿ ਕੇ ਚਲਾ ਗਿਆ। ਜਦੋਂ ਸਿਰ ਦੇ ਵਾਲ ਕੱਟਣ ਦੀ ਗੱਲ ਆਈ, ਲੋਕਾਂ ਵਾਸਤੇ ਵਾਲ ਹੋਣਗੇ, ਗੁਰੂ ਦੇ ਸਿੱਖ ਵਾਸਤੇ ਤਾਂ ਕੇਸ ਨੇ। ਜਦੋਂ ਸਿਰ ਦੇ ਕੇਸਾਂ ਦੀ ਗੱਲ ਆਈ, ਉਹ ਡਾਕਟਰ ਤਾਂ ਕਹਿ ਕੇ ਚਲਾ ਗਿਆ, ਤਾਂ ਉਸ ਅੰਨੇ ਨੌਜਵਾਨ ਨੂੰ ਆਪਣੀ ਮਰੀ ਹੋਈ ਮਾਂ ਚੇਤੇ ਆਈ। ਉਹ ਮਾਂ ਜਿਹੜੀ ਪਾਕਿਸਤਾਨ ਵਿੱਚ ਰਹਿੰਦਿਆਂ ਬਚਪਨ ਵਿੱਚ ਦਹੀਂ ਨਾਲ ਕੇਸ ਧੋਂਦੀ ਸੀ। ਜਦੋਂ ਦਹੀਂ ਨਾਲ ਕੇਸ ਧੋਣੇ ਤੇ ਕਿੰਨੀ ਵਾਰ ਉਸ ਮਾਈ ਨੇ ਕਹਿਣਾ, ਪੁੱਤ ਗੁਰਮੁਖ ਸਿਆ ਜ਼ਿੰਦਗੀ 'ਚ ਪੁੱਤ ਕੇਸ ਨਾ ਕਟਾਈ, ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਹੈ। ਪੁੱਤ ਕੇਸ ਨਾ ਕਟਾਈ, ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਹੈ, ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ। ਪੁੱਤ ਜ਼ਿੰਦਗੀ 'ਚ ਕੇਸ ਨਾ ਕਟਾਈ। ਉਹ ਵਾਰ-ਵਾਰ ਮਾਂ ਦੀਆਂ ਗੱਲਾਂ ਯਾਦ ਆਈਆਂ, ਇੱਕਦਮ ਉੱਚੀ ਉੱਚੀ ਰੋਣ ਲੱਗ ਪਿਆ। ਅੱਖਾਂ ਤੋਂ ਅੰਨ੍ਹਾ, ਉੱਚੀ ਉੱਚੀ ਰੋਂਦਾ, ਕਹਿੰਦਾ ਮਾਂ ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ, ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ, ਹੁਣ ਕੱਲ ਸਵੇਰੇ ਮੇਰੇ ਕੇਸ ਕੱਟ ਦੇਣੇ, ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ, ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ। ਤੂੰ ਕਹਿੰਦੀ ਸੀ ਗੁਰੂ ਦੀ ਬਖਸ਼ਿਸ਼ ਹੈ, ਕੇਸ ਨਾ ਕਟਾਈ, ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ। ਉਹਦਾ ਪਿਓ ਚੁੱਪ ਕਰਾ ਰਿਹਾ ਸੀ। ਨੌਜਵਾਨ ਪੁੱਤ ਦੀਆਂ ਅੱਖਾਂ ਦਾ ਰੋਣਾ, ਉਹਦੀਆਂ ਧਾਹਾਂ ਬਜ਼ੁਰਗ ਤੋਂ ਸੁਣੀਆਂ ਨਾ ਗਈਆਂ। ਉਹ ਵੀ ਰੋਂਦਾ ਹੋਇਆ ਬਜ਼ੁਰਗ ਉੱਠ ਕੇ ਉਹ ਵਾਰਡ ਚੋਂ ਬਾਹਰ ਚਲਾ ਗਿਆ, ਉੱਚੀ ਉੱਚੀ ਰੌਲਾ ਪਾ ਰਿਹਾ, ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ, ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ। ਰੋ ਰਿਹਾ ਸੀ। ਇੰਨੇ ਨੂੰ ਇੱਕ ਮਾਈ ਨੇ ਆ ਕੇ ਸਿਰ ਤੇ ਹੱਥ ਰੱਖਿਆ ਤੇ ਪਿਆਰ ਨਾਲ ਕਿਹਾ, ਪੁੱਤ ਏਦਾਂ ਨਹੀਂ ਕਹੀਦਾ, ਗੁਰੂ ਗੋਬਿੰਦ ਸਿੰਘ ਸਦਾ ਹੀ ਅੰਗ ਸੰਗ ਹੈ। ਪੁੱਤ ਇਸ ਤਰ੍ਹਾਂ ਨਹੀਂ ਕਹੀਦਾ, ਗੁਰੂ ਗੋਬਿੰਦ ਸਿੰਘ ਸਦਾ ਹੀ ਅੰਗ ਸੰਗ ਨੇ, ਉਹ ਸਦਾ ਨਾਲ ਨੇ। ਸਿਰ ਤੇ ਹੱਥ ਫੇਰਿਆ, ਪੁੱਤ ਇਸ ਤਰ੍ਹਾਂ ਨਹੀਂ ਕਹੀਦਾ। ਨਾਲੇ ਉਹ ਮਾਈ ਪੜਾਉਣ ਲੱਗ ਪਈ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਤਾਂ ਹੁਣ ਉਹ ਮਾਈ ਉਹਨੂੰ ਗੱਲਾਂ ਵਿੱਚ ਪਾ ਕੇ ਕਹਿੰਦੀ, ਪੁੱਤ ਤੂੰ ਠੀਕ ਹੋ ਜਾਣਾ, ਗੁਰੂ ਗੋਬਿੰਦ ਸਿੰਘ ਸਦਾ ਹੀ ਅੰਗ ਸੰਗ। ਉਹਨੇ ਕਿਹਾ, ਮਾਂ ਤੂੰ ਕੌਣ ਹੈ? ਉਹਨੇ ਕਿਹਾ, ਪੁੱਤ ਮੇਰਾ ਨਾਮ ਸਰਜੀਤ ਕੌਰ ਹੈ, ਮੈਂ ਇੱਥੇ ਹੀ ਹਾਂ, ਹਸਪਤਾਲ ਵਿੱਚ ਹੀ ਲੱਗੀ ਹੋਈ ਹਾਂ, ਤੇਰੀ ਮਾਂ ਵਰਗੀ ਹਾਂ। ਪੁੱਤ ਐ ਨਹੀਂ ਕਹੀਦਾ ਕਿ ਮਾਂ ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸਦਾ ਅੰਗ ਸੰਗ ਨੇ। ਇੰਨੀ ਗੱਲ ਕਹਿ ਕੇ ਉਹ ਸਿਰ ਤੇ ਹੱਥ ਫੇਰਦੀ ਰਹੀ। ਰੋਂਦਾ ਰੋਂਦਾ ਗੁਰਮੁਖ ਸਿੰਘ ਸੌਂ ਗਿਆ। ਰਾਤ ਲੰਘੀ। ਜਦੋਂ ਸਵੇਰ ਹੋਈ ਤਾਂ ਸਵੇਰੇ ਉਹ ਨਰਸ ਟਰੇ ਲੈ ਕੇ, ਕੈਂਚੀ ਲੈ ਕੇ ਡਾਕਟਰ ਦੇ ਨਾਲ ਕੇਸ ਕੱਟਣ ਆ ਗਈ। ਜਦੋਂ ਸਿਰ ਦੇ ਵਾਲ ਕੱਟਣ ਲਈ ਉਹਨੂੰ ਜਗਾਇਆ, ਉੱਠੋ ਗੁਰਮੁਖ ਸਿੰਘ ਜੀ, ਤੁਹਾਡਾ ਆਪਰੇਸ਼ਨ ਹੈ, ਤੁਹਾਡੇ ਕੇਸ ਕੱਟਣੇ ਨੇ, ਵਾਲ ਕੱਟਣੇ ਨੇ। ਤੇ ਨੀਂਦ ਚੋਂ ਜਾਗ ਖੁੱਲੀ, ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਕਹਿੰਦਾ ਮੈਂ ਨਹੀਂ ਕੇਸ ਕਟਾਉਣੇ, ਮੈਂ ਨਹੀਂ ਕੇਸ ਕਟਾਉਣੇ, ਮੈਂ ਬਿਲਕੁਲ ਠੀਕ ਹੈ, ਮੈਂ ਨਹੀਂ ਕੇਸ ਕਟਾਉਣੇ, ਮੈਨੂੰ ਸਭ ਕੁਝ ਨਜ਼ਰ ਆਉਂਦਾ ਹੈ। ਉਹ ਨਰਸ ਨੇ ਡਾਕਟਰ ਨੂੰ ਕਿਹਾ, ਜੀ ਇਹ ਕੇਸ ਨਹੀਂ ਕਟਾਉਂਦਾ। ਕਹਿੰਦਾ ਨਜ਼ਰ ਆਉਂਦਾ ਹੈ। ਜਦੋਂ ਡਾਕਟਰ ਨੇ ਆ ਕੇ ਮੋਢੇ ਤੇ ਹੱਥ ਰੱਖ ਕੇ ਕਿਹਾ, ਗੁਰਮੁਖ ਸਿੰਘ ਕੇਸ ਤਾਂ ਕੱਟਣੇ ਪੈਣਗੇ, ਤਾਈਓ ਆਪਰੇਸ਼ਨ ਹੋਣਾ। ਇਹਨੇ ਡਾਕਟਰ ਨੂੰ ਝਟਕਾ ਦੇ ਕੇ ਕਿਹਾ, ਡਾਕਟਰ ਸਾਹਿਬ ਮੈਂ ਨਹੀਂ ਕੇਸ ਕਟਾਉਣੇ, ਮੈਨੂੰ ਸਭ ਕੁਝ ਨਜ਼ਰ ਆਉਂਦਾ ਹੈ। ਜਦੋਂ ਡਾਕਟਰ ਦੀ ਸ਼ਰਟ ਦਾ ਰੰਗ, ਪਰਦਿਆਂ ਦਾ ਰੰਗ, ਲੋਕਾਂ ਦੇ ਕੱਪੜਿਆਂ ਦਾ ਰੰਗ ਦੱਸਿਆ, ਡਾਕਟਰ ਦੇ ਚਿਹਰੇ ਦਾ ਰੰਗ ਉੜ ਗਿਆ। ਇਹਦੀਆਂ ਅੱਖਾਂ ਕਿਵੇਂ ਠੀਕ ਹੋ ਗਈਆਂ? ਉਹ ਡਾਕਟਰ ਦੇ ਚਿਹਰੇ ਦਾ ਰੰਗ ਉੜ ਗਿਆ। ਉਹਨੇ ਕਿਹਾ, ਤੂੰ ਡਰ ਗਿਆ? ਕਹਿੰਦਾ ਨਹੀਂ। ਜਦੋਂ ਸਭ ਦੇ ਕੱਪੜਿਆਂ ਦਾ ਰੰਗ ਦੱਸਿਆ, ਡਾਕਟਰ ਨੇ ਹੱਥ ਜੋੜ ਕੇ ਕਿਹਾ, ਇਹ ਮੇਰੀ ਜ਼ਿੰਦਗੀ, ਮੇਰੀ ਲਾਈਫ ਵਿੱਚ ਪਹਿਲਾ ਕ੍ਰਿਸ਼ਮਾ ਹੈ। ਕਿਸੇ ਦੀ ਅੱਖਾਂ ਦੀ ਰੋਸ਼ਨੀ ਰਸੌਲੀ ਨਾਲ ਚਲੀ ਜਾਏ ਦਿਮਾਗ ਵਿੱਚੋਂ, ਉਹ ਠੀਕ ਕਿਵੇਂ ਹੋ ਸਕਦਾ ਹੈ? ਤੇਰੇ ਦੁਆਰਾ ਟੈਸਟ ਲੈਣੇ ਨੇ। ਉਹਨੇ ਟੈਸਟਾਂ ਵਾਸਤੇ, ਗੋਰੇ ਡਾਕਟਰ ਵੀ ਦਿੱਲੀ ਰੱਖੇ ਹੋਏ ਸੀ, ਉਹਨੇ ਟੈਸਟਾਂ ਵਾਸਤੇ ਉਹਨੂੰ ਲੈ ਗਏ। ਦੁਪਹਿਰ ਤੱਕ ਉਹਦੀ ਜੋ ਸਿਟੀ ਸਕੈਨ ਕਰਨੀ ਸੀ ਉਹ ਸਭ ਕੁਝ ਕੀਤਾ। ਔਰ ਜਦੋਂ ਰਿਪੋਰਟ ਆਈ
ਤਾਂ शिखर ਦੁਪਹਿਰ ਰਿਪੋਰਟ ਲੈ ਕੇ ਡਾਕਟਰ ਨੇ ਸਰਦਾਰ ਸੋਹਣ ਸਿੰਘ ਨੂੰ ਸੱਦਿਆ, ਕਹਿੰਦਾ ਆਪਣੇ ਲੜਕੇ ਨੂੰ ਲੈ ਕੇ ਕੈਬਿਨ ਵਿੱਚ ਆਓ। ਰਿਪੋਰਟ ਦੇ ਕੇ ਕਿਹਾ, ਸਰਦਾਰ ਸੋਹਣ ਸਿੰਘ ਜੀ, ਸਾਡੇ ਹਸਪਤਾਲ ਵਿੱਚ ਕ੍ਰਿਸ਼ਮਾ ਹੋ ਗਿਆ, ਤੇਰੇ ਪੁੱਤ ਦੇ ਸਿਰ ਵਿੱਚ ਰਸੌਲੀ ਤਾਂ ਦੂਰ ਦੀ ਗੱਲ, ਕੋਈ ਫੋੜਿਆ ਫਿੰਸਣੀ ਵੀ ਨਹੀਂ ਹੈ, ਬਿਲਕੁਲ ਤੰਦਰੁਸਤ ਹੈ, ਬਿਲਕੁਲ ਤੰਦਰੁਸਤ ਹੈ, ਜਾਓ ਤੁਹਾਨੂੰ ਛੁੱਟੀ। ਤੇ ਸਰਦਾਰ ਸੋਹਣ ਸਿੰਘ ਕਹਿੰਦੇ ਜੀ ਕੋਈ ਪੈਸੇ, ਕਹਿੰਦਾ ਉਹ ਤੁਹਾਡੇ ਕਰਕੇ ਮੇਰੇ ਹਸਪਤਾਲ ਵਿੱਚ ਰੱਬ ਦੇ ਚਰਨ ਪੈ ਗਏ, ਮੈਂ ਕੋਈ ਪੈਸੇ ਨਹੀਂ ਲੈਣੇ। ਜਦੋਂ ਉਹ ਤੁਰਨ ਲੱਗੇ ਨਾ, ਕੱਪੜਿਆਂ ਦੀ ਗੰਢ ਉਹਨਾਂ ਚੁੱਕ ਲਈ, ਕਿਉਂ ਹਰ ਬੰਦਾ ਦੂਰ ਜਾਂਦਾ ਜਦੋਂ ਕੋਈ ਇਲਾਜ ਕਰਾਉਣ, 2-4 ਕੱਪੜੇ ਉਹਨੇ ਕੱਪੜੇ ਝੋਲੇ ਵਿੱਚ ਪਾਏ, ਤੁਰਨ ਲੱਗੇ ਤਾਂ ਗੁਰਮੁਖ ਸਿੰਘ ਬਹੁਤ ਖੁਸ਼ ਹੈ, ਅੱਖਾਂ ਦੀ ਰੋਸ਼ਨੀ ਵਾਪਸ ਆ ਗਈ, ਤੰਦਰੁਸਤ ਹੈ। ਉਹਨੇ ਫਿਰ ਆਪਣੇ ਪਿਓ ਨੂੰ ਕਿਹਾ, ਬਾਪੂ 1 ਮਿੰਟ ਰੁਕ। ਵਾਪਸ ਡਾਕਟਰ ਦੇ ਆਫਿਸ ਗਿਆ, ਜਾ ਕੇ ਡਾਕਟਰ ਦੇ ਕੈਬਿਨ ਵਿੱਚ ਕਹਿੰਦਾ, ਡਾਕਟਰ ਸਾਹਿਬ, ਮੈਨੂੰ ਨਾ ਰਾਤ ਰੋਂਦੇ ਨੂੰ ਜਦੋਂ ਮੈਂ ਉੱਚੀ ਉੱਚੀ ਕਹਿ ਰਿਹਾ ਸੀ, ਹੁਣ ਕਿੱਥੇ ਹੈ ਗੁਰੂ ਗੋਬਿੰਦ ਸਿੰਘ, ਹੁਣ ਕਿੱਥੇ ਹੈ ਗੁਰੂ ਗੋਬਿੰਦ ਸਿੰਘ, ਉਦੋਂ ਇੱਕ ਮਾਈ ਆਈ ਸੀ, ਉਹਨੇ ਸਿਰ ਤੇ ਹੱਥ ਫੇਰ ਕੇ ਕਿਹਾ, ਪੁੱਤ ਗੁਰੂ ਗੋਬਿੰਦ ਸਿੰਘ ਸਦਾ ਅੰਗ ਸੰਗ ਹੈ। ਮੈਂ ਪੁੱਛਿਆ, ਮਾਂ ਤੂੰ ਕੌਣ ਹੈ? ਉਹਨੇ ਕਿਹਾ, ਮੇਰਾ ਨਾਮ ਸੁਰਜੀਤ ਕੌਰ ਹੈ, ਮੈਂ ਇੱਥੇ ਹੀ ਨਰਸ ਲੱਗੀ ਹੋਈ ਹੈ। ਪੁੱਤ ਮੈਂ ਤੇਰੇ ਮਾਂ ਵਰਗੀ ਹਾਂ। ਐ ਨਹੀਂ ਕਹੀਦਾ ਗੁਰੂ ਗੋਬਿੰਦ ਸਿੰਘ ਸਦਾ ਹੀ ਅੰਗ ਸੰਗ ਨੇ, ਐਦਾਂ ਨਹੀਂ ਕਹੀਦਾ ਹੁਣ ਕਿੱਥੇ ਹੈ ਗੁਰੂ ਗੋਬਿੰਦ ਸਿੰਘ, ਮੈਂ ਉਸ ਮਾਤਾ ਨੂੰ ਮਿਲਣਾ। ਉਹਨੇ ਕਿਹਾ, ਨਾਮ ਕੀ ਦੱਸਿਆ? ਕਹਿੰਦਾ ਜੀ ਸੁਰਜੀਤ ਕੌਰ। ਉਹਨੇ ਆਪਣੇ 36-37 ਮੁਲਾਜ਼ਮ ਜਿੰਨੇ ਉਹਦੇ ਕੋਲ ਨਰਸਾਂ ਲੱਗੀਆਂ, ਡਾਕਟਰ ਲੱਗੇ, ਉਹਦੀ ਲਿਸਟ ਕੱਢ ਕੇ ਮੋਹਰੇ ਰੱਖੀ, ਕੱਲੇ ਕੱਲੇ ਦਾ ਨਾਮ ਪੜ੍ਹ ਕੇ ਵੇਖਿਆ, ਇੱਕ ਵੀ ਕਿਸੇ ਨਰਸ ਦਾ ਨਾਮ ਸੁਰਜੀਤ ਕੌਰ ਨਹੀਂ। ਉਹ ਡਾਕਟਰ ਨੇ ਹੱਥ ਜੋੜ ਕੇ ਕਿਹਾ, ਸਰਦਾਰ ਸੋਹਣ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ, ਮੇਰੇ ਹਸਪਤਾਲ ਵਿੱਚ ਕੋਈ ਸੁਰਜੀਤ ਕੌਰ ਨਾਂ ਦੀ ਮਾਈ ਨਹੀਂ ਹੈ। ਜੇ ਸੱਚ ਪੁੱਛਦੇ ਹੋ, ਮੈਨੂੰ ਤਾਂ ਐਂ ਲੱਗਦਾ ਉਹ ਤੁਹਾਡਾ ਗੁਰੂ ਗੋਬਿੰਦ ਸਿੰਘ ਹੀ ਮਾਂ ਬਣ ਕੇ ਆਇਆ ਤੇ ਠੀਕ ਕਰਕੇ ਚਲਾ ਗਿਆ। ਕਿਉਂਕਿ ਸਾਧ ਸੰਗਤ ਲੋੜ ਵਿਸ਼ਵਾਸ ਦੀ ਹੈ, ਗੁਰੂ ਸਦਾ ਅੰਗ ਸੰਗ ਹੈ। ਅੰਮ੍ਰਿਤ ਛਕੋ, ਗੁਰੂ ਦੀ ਰਹਿਤ ਰੱਖੋ, ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਿਓ, ਪਾਤਸ਼ਾਹ ਸਿੱਖੀ ਤੁਸੀਂ ਨਿਭਾਉਣੀ ਹੈ, ਸਾਡੀ ਕੋਈ ਤਾਕਤ ਨਹੀਂ ਹੈ। ਅਸੀਂ ਤਾਂ ਮਾੜੇ ਜਿਹੇ ਦੁੱਖ ਵਿੱਚ ਡੋਲ ਜਾਈਦਾ, ਮਾੜੀ ਮਾੜੀ ਗੱਲ ਤੇ ਡੋਲ ਜਾਈਦਾ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਸਿੱਖੀ ਤੁਹਾਡੀ ਹੈ, ਨਿਭਾਉਣੀ ਵੀ ਤੁਸੀਂ ਹੈ। ਇਹ ਅਰਦਾਸ ਕਰਿਓ, ਅੰਮ੍ਰਿਤ ਜ਼ਰੂਰ ਛਕੋ। ਜਿਨ੍ਹਾਂ ਬੀਬੀਆਂ ਦਾ ਅੰਮ੍ਰਿਤ ਛਕਣ ਨੂੰ ਮਨ ਹੈ, ਮੇਰੀ ਬੇਨਤੀ ਹੈ, ਬੰਦੇ ਨਾ ਰੋਕਿਓ। ਤੇ ਜੇ ਕਿਸੇ ਭਾਈ ਦਾ ਮਨ ਹੈ ਅੰਮ੍ਰਿਤ ਛਕਣ ਦਾ, ਉਹਦੀ ਵਾਈਫ ਨਾ ਰੋਕੇ, ਤੁਸੀਂ ਕੱਲੇ ਕੱਲੇ ਵੀ ਛਕ ਸਕਦੇ। ਕਈ ਵਾਰ ਇਹ ਪਾਬੰਦੀ ਹੁੰਦੀ, ਸਾਨੂੰ ਸਵਾਲ ਆਉਂਦੇ ਨੇ, ਭਾਈ ਸਾਹਿਬ ਕੱਲੇ ਅੰਮ੍ਰਿਤ ਛਕ ਸਕਦੇ? ਕਹਿੰਦੇ 5 ਪਿਆਰੇ ਛਕਾਉਂਦੇ ਨਹੀਂ। ਨਹੀਂ ਭਾਈ, ਛਕ ਸਕਦੇ। ਉੱਥੇ ਲੇਖਾ ਹਿਸਾਬ ਆਪੋ ਆਪਣੇ। ਹਾਂ, ਜਿੱਦਣ ਨਾਲ ਦੇ ਸਾਥੀ ਦਾ ਦੂਜੇ ਦਾ ਮਨ ਬਣੇ, ਉਦਣ ਦੋਵਾਂ ਨੂੰ 5 ਪਿਆਰਿਆਂ ਅੱਗੇ ਪੇਸ਼ ਹੋਣਾ ਪੈਣਾ, ਪਰ ਲੇਖਾ ਹਿਸਾਬ ਆਪੋ ਆਪਣੇ। ਇਹ ਕੋਈ ਪਤਾ ਨਹੀਂ ਭਾਈ ਕਦੋਂ ਕਿੱਥੇ ਕਿਸੇ ਦਾ ਸਟੇਸ਼ਨ ਆ ਜਾਣਾ, ਉਹਨੂੰ ਉਤਰਨਾ ਪੈਣਾ। ਐ ਨਾ ਹੋਵੇ ਬੰਦੇ ਕਰਕੇ ਉਹਦੇ ਘਰ ਵਾਲੀ ਰਹਿ ਜਾਏ, ਘਰ ਵਾਲੀ ਕਰਕੇ ਉਹਦੇ ਘਰ ਵਾਲਾ ਰਹਿ ਜਾਏ। ਨਹੀਂ, ਜਿਹਦਾ ਮਨ ਹੈ ਛਕ ਲਓ। ਤੁਹਾਡੇ ਘਰ ਵਿੱਚ ਜਾਗ ਲੱਗਣਾ ਚਾਹੀਦਾ। ਤੇ ਦੂਜਿਆਂ ਨੂੰ ਇਹ ਬੇਨਤੀ ਹੈ, ਕਕਾਰ ਧਾਰਨ ਕਰੋ। ਜਦੋਂ ਤੱਕ ਅੰਮ੍ਰਿਤ ਪਾਨ ਨਹੀਂ ਕਰਦੇ, ਉਨੀ ਦੇਰ ਕਕਾਰ ਲੈ ਕੇ ਪਹਿਨੋ, ਨਿਤਨੇਮ ਕਰੋ, ਕਕਾਰਾਂ ਦੀ ਰਹਿਤ ਰੱਖੋ। ਕਿਰਪਾਨ ਤੋਂ ਇਲਾਵਾ ਬਾਕੀ ਕਕਾਰ ਤੁਸੀਂ ਪਹਿਲਾਂ ਪਹਿਨ ਸਕਦੇ ਹੋ, ਤਾਂ ਜੋ ਅਭਿਆਸ ਹੋ ਜਾਏ। ਬਾਣੀ ਪੜ੍ਹੀਏ, ਸਾਧ ਸੰਗਤ ਆਪਾਂ ਗੁਰੂ ਦੇ ਨਾਲ ਜੁੜੀਏ, ਇਹ ਜ਼ਰੂਰੀ ਹੈ। ਬਹੁਤ ਚੀਜ਼ਾਂ ਦਾ ਅਭਿਆਸ ਪਹਿਲਾਂ ਕਰਨਾ ਪੈਂਦਾ ਹੈ। ਜਦੋਂ ਬੱਚੇ ਨੂੰ ਸਕੂਲੇ ਮਾਂ ਨੇ ਪੜ੍ਹਨ ਪਾਉਣਾ ਹੋਵੇ ਨਾ, ਉਹ 2 ਸਾਲ ਦੇ ਬੱਚੇ ਨੂੰ ABC ਪੜ੍ਹਾਉਣ ਲੱਗ ਪੈਂਦੀ, ਕਿਤਾਬਾਂ ਬੈਗ ਵਿਖਾਉਣ ਲੱਗ ਪੈਂਦੀ ਹੈ। ਆਪਾਂ ਗੁਰੂ ਵਾਲੇ ਬਣਨਾ, ਕਕਾਰ ਧਾਰਨ ਕਰੋ, ਬਾਣੀ ਪੜ੍ਹੋ, ਗੁਰੂ ਵਾਲੇ ਬਣੀਏ। ਆਓ ਐਡੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਪਾਂ ਸਿੱਖਾਂ, ਬਲਿਹਾਰ ਜਾ ਕੇ ਕਹੀਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਮਾਣ ਰੱਖੋ, ਗੁਰੂ ਤੇ ਭਰੋਸਾ ਰੱਖੋ। ਇਹ ਅੰਦਰ ਪੂਰੇ ਵਿਸ਼ਵਾਸ ਨਾਲ ਸਮਝੋ, ਗੁਰੂ ਤੇ ਭਰੋਸਾ ਰੱਖ ਕੇ ਕਿ ਮੇਰੇ ਗੁਰੂ ਵਰਗਾ ਦੂਜਾ ਨਹੀਂ ਕੋਈ ਹੋ ਸਕਦਾ, ਹੋਏ ਨਹੀਂ ਸਕਦਾ। ਵਿਸ਼ਵਾਸ ਰੱਖਿਓ, ਇਹਨੂੰ ਪ੍ਰਕਾਸ਼ ਕਹਿੰਦੇ। ਤਾਈਓ ਪਾਤਸ਼ਾਹ ਨੇ ਕਿਹਾ, ਪੜ੍ਹਿਆ ਕਰ ਮਾਣ ਨਾਲ, ਗੁਰਪੂਰਾ ਭੇਟਿਓ ਵਡ ਭਾਗੀ। ਕਈ ਵਾਰ ਹੁਕਮਨਾਮਾ ਆਉਂਦਾ,
गुरपूरा भेट्यो वड भागी मने बया परगासा। पढ़ो कोई न पहुंचन हारा दूजा अपने साहिब का। गज के अपने साहिब का परवासा विश्वास परवासा होवे। फिर की कहना है अपने सतगुर के बलिहारे। आखो आगे सुख पाशे सुख सहजा घर आनंद हमारे। मेरी बेनती है एक गल जरूर सुन के जाओ। पहला धारणा पढ़ो सतगुर के बलिहारे अपने सतगुर के बलिहारे। सतगुर के बलिहारे अपने सतगुर के बलिहारे। सतगुर अपने सतगुर गज के सतगुर के बलिहारे अपने सतगुर। बीबियो जातां सलौली वालियां ने चाह नहीं पिलाई तुहानूं, तुसीं ढिले बोलते हो। गज के कहो सतगुर के बलिहारे अपने सतगुर के बलिहारे। सतगुर के बल आगे सुख पाशे सुख सहजा। आगे सुख पाशे सुख सहजा। आगे सुख घर आनंद हमारे अपने सतगुर के बलिहारे। सतगुर के बलिहारे अपने सतगुर के बलिहारे। घर आनंद अपने सतगुर गज के सतगुर के बल। धन श्री गुरु गोविंद सिंह जी। धन श्री गुरु गोविंद सिंह जी। धन श्री गुरु चार को बीबियां की आवाज आउंदी है, तुसी नहीं कोई बोल। धन श्री गुरु गोविंद सिंह जी। धन श्री गुरु गोविंद सिंह जी। धन धन श्री गुरु सतगुर के बलिहारे अपने सतगुर के बलिहारे। सतगुर के बलिहारे। आगे सुख इन्नी वड्डी कोई गारंटी दे सकता लिख के वे अगे भी सुख मिलेगा? गारंटी कोई दे सकता है गुरु। गुरु ते विश्वास रखिए। आगे सुख पाशे सुख सहजा घर आनंद हमारे। गुरु ने गारंटी दी है। पर भाई उठदे बहिंदे आपां जपीए सतनाम श्री वाहिगुरु मेरे मन गुर 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 सद करिए। रतन जन्म सफल गुर किया दर्शन को बलिहरिया। सतगुरु कृपा बख्शिश करन। आपो अपने घर में सिक्खी का जाग जरूर लाओ। बाणी पढ़ो नाम जपो अपने आप सिक्खी का जाग लगेगा। बहुत लोग फोन करते कहते जी बच्चे नहीं कहना मनते, बहुत गुस्सा करते जी घर में कल कलेश है जी।
ਭਾਈ ਉਹ ਤਾਂ ਹੈ ਕਿਉਂਕਿ ਆਪਾਂ ਰੱਬ ਦਾ ਨਾਮ ਨਹੀਂ ਜਪ ਰਹੇ, ਬਾਣੀ ਨਹੀਂ ਪੜ ਰਹੇ। ਤੁਹਾਡੇ ਜਾਗਣ ਦਾ ਤਰੀਕਾ ਗਲਤ ਹੈ, ਤੁਹਾਡੇ ਸੌਣ ਦਾ ਤਰੀਕਾ ਗਲਤ ਹੈ। ਜੇ ਮਾਂ ਨੇ ਬੱਚੇ ਨੂੰ ਖੇਡੇ ਪਾਉਣੇ, ਉਹ ਘਰ ਵਾਲੇ ਦਾ ਫੋਨ ਚੁੱਕ ਕੇ ਫੜਾਉਂਦੀ ਹੈ, ਕਿਉਂਕਿ ਆਪ ਆਪਣੀ ਫੇਸਬੁੱਕ ਵਟਸਐਪ ਨਹੀਂ ਚਲਾਉਣਾ। ਤੇ ਜੇ ਘਰ ਵਾਲੇ ਨੇ, ਉਹ ਘਰ ਵਾਲੀ ਦਾ ਫੋਨ ਫੜਾ ਦਿੰਦਾ। ਫੋਨ ਵੇਖਦੇ ਕਈ ਵਾਰ ਸਾਰਾ ਪਰਿਵਾਰ ਫੇਸਬੁੱਕ ਤੇ ਲੱਗਾ ਹੈ, ਤੁਸੀਂ ਬੱਚੇ ਨੂੰ ਕੀ ਸਿਖਾਓਗੇ? ਉਹੀਓ ਕੁਝ ਉਹਦੇ ਤੇ ਅਸਰ ਹੁੰਦਾ ਹੈ। ਤੁਹਾਨੂੰ ਬੇਨਤੀ ਹੈ, ਘਰ ਵਿੱਚ ਸਿੱਖੀ ਦਾ ਜਾਗ ਲਾਓ। ਤੁਸੀਂ ਸਾਰਾ ਟੱਬਰ ਮੋਬਾਈਲ ਚਲਾਉਂਦੇ ਹੋ, ਬੱਚੇ ਨੂੰ ਮੋਬਾਈਲ ਸਿਖਾਉਣਾ ਪੈਂਦਾ, ਆਪੇ ਚਲਾਈ ਜਾਂਦਾ। ਕਿਉਂਕਿ ਜੋ ਸਾਰੇ ਪਰਿਵਾਰ ਨੇ ਕੰਮ ਕੀਤਾ ਉਹ ਬੱਚੇ ਤੇ ਅਸਰ ਹੈ। ਨਿੱਕਾ ਜਿਹਾ ਬੱਚਾ ਚਲਾਉਂਦਾ, ਆ ਫੜਾਇਆ ਹੁਣ ਤੁਸੀਂ ਛੋਟੀ ਜਿਹੀ ਕੋਲ, ਚਲਾਉਂਦਾ ਕਿ ਨਹੀਂ ਚਲਾਉਂਦਾ? ਭਾਈ ਤੁਸੀਂ ਘਰ ਵਿੱਚ ਚਲਾਉਂਦੇ ਹੋ ਤਾਂ ਬੱਚਿਆਂ ਤੇ ਅਸਰ ਹੈ। ਹੁਣ ਇਹਦੇ ਬਰਾਬਰ ਇੱਕ ਕੰਮ ਹੋਰ ਕਰ ਲਿਆ ਕਰੋ। ਮੋਬਾਈਲ ਤਾਂ ਬੰਦ ਨਹੀਂ ਕਰ ਸਕਦੇ, ਇਹ ਤਾਂ ਤੁਹਾਡੇ ਜੀਵਨ ਦਾ ਅੰਗ ਬਣ ਗਿਆ। ਚਲੋ ਇਹਨੂੰ ਘੱਟ ਯੂਜ਼ ਕਰੋ, ਤੁਹਾਨੂੰ ਲਾਭ ਹੋਏਗਾ। ਪਰ ਨਾਲ ਇੱਕ ਬੇਨਤੀ ਹੈ, ਜਿਵੇਂ ਘਰ ਵਿੱਚ ਬੀਬੀਓ ਤੁਹਾਨੂੰ ਭੈਣੋਂ ਬੇਨਤੀ ਹੈ, ਦਹੀਂ ਬਣਾਉਂਦੇ ਹੋ ਨਾ, ਤਾਂ 1 ਚਮਚਾ ਦਹੀਂ ਦਾ 2 ਕਿਲੋ ਦੁੱਧ ਚ ਪਾ ਦੇਈਦਾ। ਉਹ ਦੁੱਧ ਸਵੇਰੇ ਕੀ ਬਣ ਜਾਂਦਾ? ਦਹੀਂ। ਦੁੱਧ ਨੇ ਵੀ ਆਪਣਾ ਰੂਪ ਵਟਾ ਲਿਆ। 1 ਚਮਚਾ ਦਹੀਂ ਦਾ ਪਾਇਆ, 2 ਕਿਲੋ ਦੁੱਧ ਨੇ ਆਪਣਾ ਰੂਪ ਵਟਾ ਲਿਆ, ਉਹ ਦੁੱਧ ਵੀ ਦਹੀਂ ਹੋ ਗਿਆ। ਉਹਨੂੰ ਕਹਿੰਦੇ ਜਾਗ ਲਾਉਣਾ। ਏਦਾਂ ਆਪੋ ਆਪਣੇ ਘਰ ਵਿੱਚ ਸਿੱਖੀ ਦਾ, ਬਾਣੀ ਦਾ, ਸ਼ਬਦ ਦਾ ਜਾਗ ਲਾਓ। ਇਹ ਤੁਹਾਡੇ ਹੱਥ ਹੈ। ਜਦੋਂ ਸਵੇਰੇ ਤੁਸੀਂ ਭੈਣੋ ਚਾਹ ਬਣਾਉਂਦੇ ਹੋ ਨਾ, ਮੈਂ ਕੱਲ ਵੀ ਬੇਨਤੀ ਕੀਤੀ, ਜਦੋਂ ਚਾਹ ਰੱਖੋ, ਗੈਸ ਬਾਲੋ, ਤਾਂ ਚਾਹ ਰੱਖਣ ਲੱਗਿਆ ਸਿਰ ਢੱਕ ਕੇ ਇੱਕ ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ। ਜਾਗ ਲਾਉਣਾ ਤੁਸੀਂ। ਜਦੋਂ ਉਹ ਪਾਣੀ ਚਾਹ ਦਾ ਰੱਖਿਆ, ਉਹਦੇ ਵਿੱਚ ਪੱਤੀ ਸੌਂਫ ਪਾਉਣੀ ਹੈ, ਇੱਕ ਵਾਰ ਫਿਰ ਕਹਿ ਦਿਆ ਕਰੋ ਸਤਨਾਮ ਸ੍ਰੀ। ਜਦੋਂ ਉਹਦੇ ਵਿੱਚ ਖੰਡ ਸ਼ੱਕਰ ਪਾਓ, ਫਿਰ ਕਹਿਤਾ ਸਤਨਾਮ ਸ੍ਰੀ। ਚਾਹ ਬਣ ਗਈ। ਦੁੱਧ ਪਾਉਣ ਲੱਗੇ ਗਲਾਸ ਭਰ ਕੇ, ਉਦੋਂ ਨਾਲੇ ਕਹਿ ਦਿਆ ਕਰੋ ਸਤਨਾਮ ਸ੍ਰੀ। ਜਦੋਂ ਚਾਹ ਕੱਪਾਂ ਵਿੱਚ, ਗਲਾਸਾਂ 'ਚ ਪਾਉਂਦੇ ਹੋ ਸਵੇਰੇ, ਚਾਹ ਦੁੱਧ ਕੱਪ ਗਲਾਸ ਵਿੱਚ ਪਾਉਣ ਲੱਗਿਆ, ਇੱਕ ਵਾਰ ਸਿਰ ਢੱਕ ਕੇ ਫਿਰ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। 5-6 ਵਾਰ ਵਾਹਿਗੁਰੂ 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 ਕਹਿ ਕੇ ਚਾਹ ਬਣਾਈ ਹੈ। ਮੇਰਾ ਵਿਸ਼ਵਾਸ ਹੈ 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਬੈਕ ਆਉਣਗੇ। ਕਿਉਂ? ਰਿਜ਼ਲਟ ਆਉਣਾ ਹੀ ਆਉਣਾ ਹੈ, ਚੰਗੇ ਕੰਮ ਦਾ ਵੀ, ਮਾੜੇ ਦਾ ਵੀ। 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਬੈਕ ਆਉਣਗੇ। ਜਿੰਨੇ ਘਰ ਦੇ ਮੈਂਬਰ ਸਵੇਰੇ ਉੱਠ ਕੇ ਚਾਹ ਦੁੱਧ ਪੀਣਗੇ, ਭਾਈ ਬਣਾਉਣ ਵਾਲੇ ਨੇ ਵਾਹਿਗੁਰੂ 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 ਕਹਿ ਕੇ ਬਣਾਇਆ। ਜਿੰਨੇ ਮੈਂਬਰ ਚਾਹ ਦੁੱਧ ਪੀਣਗੇ, 1 ਮਹੀਨੇ ਦੇ ਅੰਦਰ ਅੰਦਰ ਵੇਖਿਓ, ਉਹ ਵੀ ਚਾਹ ਦੁੱਧ ਦਾ ਕੱਪ ਫੜਨ ਲੱਗਿਆ ਕਹਿ ਦੇਣਗੇ ਸਤਨਾਮ। ਜੇ ਸਾਰਿਆਂ ਨੂੰ ਵਾਹਿਗੁਰੂ ਚੇਤੇ ਆਉਣ ਲੱਗ ਪਿਆ, ਫਿਰ ਕੱਲ ਕਲੇਸ਼ ਰਹਿ ਜਾਏਗਾ ਕਿਤੇ? ਰੱਬ ਦਾ ਮਾਰਗ ਪੁੱਛਣ ਵਾਲੇ ਸਾਨੂੰ ਬਹੁਤ ਘੱਟ ਫੋਨ ਆਉਂਦੇ ਆ। ਇੱਕ ਦਿਨ ਵਿੱਚ ਮੈਨੂੰ ਸੈਂਕੜੇ ਲੋਕਾਂ ਦੇ ਫੋਨ ਆਉਂਦੇ ਨੇ। ਜ਼ਿਆਦਾਤਰ ਪਤਾ ਕੀ ਪੁੱਛਦੇ? ਸਾਡੀ ਲੜਕੀ ਦੇ 3 ਵਾਰ ਆਈਲੈਟਸ ਕੀਤੀ, ਬੈਂਡ ਨਹੀਂ ਆਏ ਭਾਈ ਸਾਹਿਬ। ਹੁਣ ਮੈਂ ਕੀ ਕਹਾਂ? ਵੀ ਗੋਲ ਗੱਪੇ ਖਾ ਲਿਆ ਕਰੋ, ਸਮੋਸੇ ਖਾ ਲਿਆ ਕਰੋ, ਕਿਰਪਾ ਹੋ ਜਾਏਗੀ। ਸਵਾਲ ਕਰਨਗੇ। ਇੱਕ ਮਾਈ ਨੇ ਫੋਨ ਕੀਤਾ, ਕਹਿੰਦੀ ਭਾਈ ਸਾਹਿਬ ਜੀ ਮੇਰੇ ਸਹੁਰੇ ਦਾ ਬੇੜਾ ਬਹਿ ਜਾਏ। ਮੈਂ ਕਿਹਾ ਕੀ ਹੋਇਆ? ਕਹਿੰਦੀ ਜਾਇਦਾਦ ਚੋਂ ਹਿੱਸਾ ਹੀ ਨਹੀਂ ਦਿੰਦਾ। ਕੋਈ ਭਾਗਾਂ ਵਾਲਾ ਦਿਨ ਹੈ ਜਿੱਦਣ ਕੋਈ ਪੁੱਛਦਾ ਭਾਈ ਸਾਹਿਬ ਅੰਮ੍ਰਿਤ ਵੇਲੇ ਨਹੀਂ ਉੱਠਦਾ, ਭਾਈ ਸਾਹਿਬ ਜਪਜੀ ਸਾਹਿਬ ਨਹੀਂ ਹੋ ਰਿਹਾ, ਭਾਈ ਸਾਹਿਬ ਨਿਤਨੇਮ ਨਹੀਂ ਹੋ ਰਿਹਾ, ਉਹ ਕੋਈ ਭਾਗਾਂ ਵਾਲਾ ਦਿਨ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਜਦੋਂ ਸਵੇਰੇ ਚਾਹ ਬਣਾਓ 5-7 ਵਾਰ ਜ਼ਰੂਰ ਚਿੱਤੇ ਰੱਖਿਓ, ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। 1 ਮਹੀਨੇ ਵਿੱਚ ਘਰ ਦੇ ਸਾਰੇ ਮੈਂਬਰ ਵਾਹਿਗੁਰੂ ਕਹਿਣ ਲੱਗ ਪੈਣਗੇ। ਜਿੱਥੇ ਸਾਰਾ ਟੱਬਰ ਵਾਹਿਗੁਰੂ ਜਪਣ ਲੱਗ ਜਾਏ, ਉੱਥੇ ਗੁਰੂ ਨੇ ਲਿਖ ਕੇ ਗਰੰਟੀ ਦੇ ਦਿੱਤੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹਿ। ਇੰਨਾ ਕੁ ਕੰਮ ਕਰ ਲੋਗੇ ਭੈਣੋ? ਕਰ ਲੋਗੇ ਬਈ? ਹੋਮਵਰਕ ਹੈ, ਯਾਦ ਰੱਖੋਗੇ ਵੀ ਸਵੇਰੇ ਚਾਹ ਦੁੱਧ ਬਣਾਉਣ ਲੱਗਿਆ 5-6 ਵਾਰ ਸਤਨਾਮ ਵਾਹਿਗੁਰੂ 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 ਸਿਰ ਢੱਕ ਕੇ ਕਹਿਣਾ। ਕਹਿ ਦੋਗੇ ਭਾਈ? ਪੱਕਾ? ਹੱਥ ਖੜੇ ਕਰੋ, ਮੈਨੂੰ ਵੀ ਵਿਸ਼ਵਾਸ ਹੈ। ਬੋਲੇ ਸੋ ਨਿਹਾਲ।
ਚਾਹ ਦੁੱਧ ਬਣਾਉਣ ਲੱਗਿਆ ਸਵੇਰੇ ਸਭ ਨੇ ਜਪਣੇ ਸਤਨਾਮ ਸ੍ਰੀ। ਕਈਆਂ ਬੀਬੀਆਂ ਨੇ ਹੱਥ ਨਹੀਂ ਖੜੇ ਕੀਤੇ, ਉਹਦਾ ਹਿਸਾਬ ਕਿਤਾਬ ਪਤਾ ਕੀ ਹੈ? ਗੁੱਸਾ ਨਾ ਕਰਿਓ, ਇਹ ਤੁਹਾਨੂੰ ਬੇਨਤੀ ਹੈ ਭੈਣੋ, ਜਿਹੜੀਆਂ ਬੀਬੀਆਂ ਸਵੇਰੇ ਬੰਦਿਆਂ ਕੋਲੋਂ ਚਾਹ ਬਣਵਾਉਣੀਆਂ ਉਹ ਬੰਦਿਆਂ ਨੂੰ ਕਹਿ ਦਿਓ। ਕਈ ਬੰਦਿਆਂ ਕੋਲੋਂ ਵੀ ਚਾਹ ਬਣਵਾਉਣੀ ਨਾ ਸਵੇਰੇ, ਉਹ ਬੰਦਿਆਂ ਨੂੰ ਕਹਿ ਦਿਓ। ਚਾਹ ਬਣਾਉਣੀ ਮਾੜੀ ਗੱਲ ਨਹੀਂ ਭਾਈ, ਐਵੇਂ ਨਾ ਇਹਦੇ ਵਿੱਚ ਹੇਠੀ ਨਾ ਸਮਝੋ। ਜੇ ਕੋਈ ਬੰਦਾ ਵੀ ਬਣਾਉਂਦਾ ਕੋਈ ਮਾੜੀ ਗੱਲ ਹੈ? ਮਾੜੀ ਗੱਲ ਨਹੀਂ ਹੈ। ਪਰ ਭੈਣੋ ਇਹ ਕਹਿ ਦਿਓ ਵੀ ਸਰਦਾਰ ਜੀ ਚਾਹ ਬਣਾਉਣ ਦੀ ਡਿਊਟੀ ਤੁਹਾਡੀ ਹੈ, ਤੇ ਭਾਈ ਸਾਹਿਬ ਕਹਿ ਕੇ ਗਏ, ਫਿਰ ਸਤਨਾਮ ਵਾਹਿਗੁਰੂ ਵੀ ਤੁਸੀਂ ਕਹਿਣਾ, ਇਹ ਜ਼ਰੂਰ ਅੱਗੇ ਕਹਿ ਦਿਓ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ।